ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਉ ਬੰਧਨਾ ਸਿਰ ਚਰਨਨ ਪਗ ਧਾਰ। ਦੋਹਰਾ। ਸ਼੍ਰੀ ਅੰਮ੍ਰਿਤਸਰ ਕੋ ਰਚਿਤ ਗਮਨੇ ਗੋਇੰਦਵਾਲ। ਖਾਸੇ ਪਰ ਸ਼੍ਰੀ ਪ੍ਰਭ ਚੜੇ ਸੰਗਤ ਸੰਗ ਵਿਸਾਲ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਚਬਰ ਛਤਰ ਤਖਤ ਕੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਸਾਜਰੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਸਤਸੰਗੀ ਜਨੋ। ਆਪਾਂ ਸਾਰੇ ਸਰੀਰ ਧਨਤਾ ਦੇ ਯੋਗ ਹਾਂ ਜਿਨ੍ਹਾਂ ਨੂੰ ਗੁਰੂ ਹਜ਼ੂਰੀ ਵਿੱਚ ਸੱਜ ਬੈਠ ਕਰਕੇ ਸਤਿਗੁਰੂ ਜੀ ਦੇ ਪਾਵਨ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਵਾਰਤਾ ਵਿਚਾਰਨ ਤੇ ਸਰਵਣ ਕਰਨ ਦਾ ਇਹ ਸੁਭਾਗ ਸਮਾਂ ਗੁਰੂ ਕਿਰਪਾ ਦੇ ਨਾਲ ਪ੍ਰਾਪਤ ਹੋ ਰਿਹਾ। ਕੱਲ੍ਹ ਦੇ ਪ੍ਰਸੰਗ ਵਿੱਚ ਆਪਾਂ ਬੜੇ ਵਿਸਥਾਰ ਨਾਲ ਵਿਚਾਰਨਾ ਕੀਤਾ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਭਾਈ ਬਹਿਲੋ ਜੀ ਦੇ ਪੁਰ ਬੜੀ ਭਾਰੀ ਕਸੌਟੀ ਲਾਉਂਦੇ ਹੈ। ਭਾਈ ਬਹਿਲੋ ਜੀ ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰਦੇ ਹੈ। ਉਹ ਸਖੀ ਸਰਬਰ ਦੀ ਪੂਜਾ ਪ੍ਰਾਰਥਨਾ ਮੰਨਤਾ ਜਿਹੜੀ ਕਰਦੇ ਉਹ ਵੀ ਹਟ ਜਾਂਦੇ ਹੈ। ਉਹਨਾਂ ਦੀ ਸਾਰੀ ਸੰਸਾਰੀ ਮਾਨ ਪ੍ਰਤਿਸ਼ਠਾ ਨੂੰ ਭਾਰੀ ਢਾਹ ਲੱਗਦੀ ਹੈ। ਘਾਹ ਵੇਚ ਕੇ ਵੀ ਗੁਜ਼ਾਰਾ ਕਰਨਾ ਪਿਆ ਪਰ ਫਿਰ ਵੀ ਸਤਿਗੁਰੂ ਜੀ ਦੇ ਉਪਦੇਸ਼ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਭਾਈ ਬਹਿਲੋ ਜੀ ਨੇ ਆਪਣੇ ਸਿਦਕ ਦੇ ਸਹਿਤ ਨਿਭਾਉਣਾ ਕੀਤਾ। ਅਤੇ ਸਤਿਗੁਰੂ ਜੀ ਨੇ ਜਦੋਂ ਭਾਈ ਬਹਿਲੋ ਜੀ ਦੀ ਪਰਖ ਕਰ ਲੈਣਾ ਕੀਤੀ ਆਪਣੇ ਕੋਲ ਬੁਲਾਇਆ। ਫਿਰ ਭਾਈ ਮੰਝ ਜੀ ਇੱਕ ਦਿਨ ਲੱਕੜਾਂ ਲੈਣਗੇ ਖੂਹ ਵਿੱਚ ਡਿੱਗ ਪੈਂਦੇ ਆ। ਕਿਵੇਂ ਸਤਿਗੁਰ ਦੇਵ ਉਹਨਾਂ ਨੂੰ ਕੱਢ ਕੇ ਲਿਆਉਂਦੇ ਆ ਅਤੇ ਮਹਾਰਾਜ ਭਾਈ ਬਹਿਲੋ ਜੀ ਨੂੰ ਭਾਰੀ ਫਿਰ ਭਾਈ ਮੰਝ ਜੀ ਨੂੰ ਸਤਿਗੁਰ ਦੇਵ ਬੜੀ ਭਾਰੀ ਫਿਰ ਆਪਣੇ ਤਾਂ ਹੀ ਵਡਿਆਈ ਬਖਸ਼ਦੇ ਆ ਅਤੇ ਮਹਾਰਾਜ ਅਸੀਸ ਦਿੰਦੇ ਆ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿ ਤਾ ਜਗ ਲੰਘਣ ਹਾਰਾ। ਸੋ ਇਸ ਪ੍ਰਕਾਰ ਆਪਾਂ ਕੱਲ੍ਹ ਪ੍ਰਸੰਗ ਬਹੁਤ ਹੀ ਵਿਸਥਾਰ ਨਾਲ ਵਿਚਾਰਨਾ ਕੀਤਾ ਸੀ। ਸੋ ਆਓ ਅੱਜ ਦੇ ਪ੍ਰਸੰਗ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸ਼੍ਰੀ ਅੰਮ੍ਰਿਤਸਰ ਕੋ ਰਚਿਤ ਗਮਨੇ ਗੋਇੰਦਵਾਲ। ਖਾਸੇ ਪਰ ਸ਼੍ਰੀ ਪ੍ਰਭੂ ਚੜੇ ਸੰਗਤ ਸੰਗ ਵਿਸਾਲ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਹੁਣ ਜਦੋਂ ਸੰਪੂਰਨ ਸੇਵਾ ਹੋ ਗਈ ਨਾ ਫਿਰ ਇਹ ਸੇਵਾ ਸੰਪੂਰਨ ਕਰਕੇ ਮਹਾਰਾਜ ਗੋਇੰਦਵਾਲ ਸਾਹਿਬ ਚਲੇ ਗਏ। ਮਹਾਰਾਜ ਪਾਲਕੀ 'ਚ ਬਿਰਾਜਮਾਨ ਸਨ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਉਹਨਾਂ ਦੇ ਨਾਲ ਸੀ। ਚਉਪਈ ਦੇਸ਼ ਵਿਦੇਸ਼ਨ ਸੰਗਤ ਆਵੈ ਦਰਸ਼ਨ ਕਰ ਮਨ ਬਾਛਤ ਪਾਵੈ। ਬਹੁਤ ਦੂਰ ਦਰਾਡਿਆਂ ਤੋਂ ਸਿੱਖ ਸੰਗਤਾਂ ਆਉਂਦੀਆਂ ਅਤੇ ਸਤਿਗੁਰੂ ਜੀ ਦਾ ਖੁੱਲ੍ਹਾ ਦਰਸ਼ਨ ਦੀਦਾਰਾ ਪਾ ਕੇ
ਬਹੁਤ ਹੀ ਬਖਸ਼ਿਸ਼ਾਂ ਹਾਸਲ ਕਰਦੀਆਂ ਨੇ। ਅਨ ਹੈ ਅਨਕ ਪ੍ਰਕਾਰ ਅਕੋਰ, ਧਰ ਕਰ ਬੰਦਤ ਹੈ ਕਰ ਜੋਰ। ਤੇ ਸਿੱਖ ਸੰਗਤਾਂ ਵੀ ਬੇਅੰਤ ਭੇਟਾਵਾਂ ਮਹਾਰਾਜ ਨੂੰ ਅਰਪਣ ਕਰਦੀਆਂ ਤੇ ਗੁਰੂ ਜੀ ਦੇ ਸਨਮੁਖ ਹੁਣ ਬੇਨਤੀਆਂ ਅਰਪਣ ਕਰਕੇ ਭੇਟਾਵਾਂ ਕਰਦੀਆਂ ਨੇ। ਜਾਮ ਜਾਮਨੀ ਤੇ ਗੁਰ ਜਾਗੈ, ਸੋਚਾ ਚਾਰ ਕਰਨ ਅਨੁਰਾਗੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਹਿਰ ਰਾਤ ਰਹਿੰਦੀ ਜਾਗ ਪੈਂਦੇ ਆ ਤੇ ਬੜੇ ਪ੍ਰੇਮ ਸਹਿਤ ਇਸ਼ਨਾਨ ਕਰਕੇ ਮਹਾਰਾਜ ਬਾਣੀ ਦਾ ਜਿੱਥੇ ਅਭਿਆਸ ਕਰਦੇ ਉੱਥੇ ਸਿੱਖ ਸੰਗਤਾਂ ਨੂੰ ਵੀ ਗੁਰੂ ਗੁਰੂ ਜਪਣ ਦੀ ਪ੍ਰੇਰਨਾ ਕਰਦੇ ਹੈ। ਸ਼ੀਤਲ ਜਲ ਤੇ ਕਰਹਿ ਇਸ਼ਨਾਨ, ਲਾਏ ਸਮਾਧ ਧਰਹਿ ਔਰ ਧਿਆਨ। ਸਤਿਗੁਰ ਦੇਵ ਜੀ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰਦੇ ਆ, ਫਿਰ ਆਪਣੇ ਮੁਬਾਰਕ ਹੁਣ ਆਤਮ ਸਰੂਪ ਦੇ ਵਿੱਚ ਆਪਣੇ ਧਿਆਨ ਨੂੰ ਟਿਕਾਉਂਦੇ ਹੈ। ਨਿਜ ਸਰੂਪ ਮਹਿ ਬਿਰਤਾ ਗਹਿ, ਪੁੰਨ ਪਾਪ ਜਹ ਲਿਪਤ ਨ ਅਹੈ। ਤੇ ਸਤਿਗੁਰ ਦੇ ਵਡੋਲ ਆਪਣੇ ਨਿਜ ਸਰੂਪ ਦੇ ਵਿੱਚ ਜਦੋਂ ਜਾਂਦੇ ਆ ਤੇ ਉਹਨਾਂ ਤਾਂ ਹੀ ਫਿਰ ਭੋਰਾ ਜਿੰਨਾ ਪਾਪ ਪੁੰਨ ਦਾ ਹੁਣ ਪੁਰਨਾ ਵੀ ਨੇੜੇ ਨਹੀਂ ਫੁਰਦਾ। ਚੇਤਨ ਸੁਧ ਅਖੰਡ ਆਨੰਦ, ਇਕ ਰਸ ਆਤਮ ਸਦਾ ਮੁਕੰਦ। ਮੁਕਤੀ ਦਾਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦਾ ਹਿਰਦਾ ਸ਼ੁੱਧ ਚੇਤਨ ਤੇ ਨਿਰੰਤਰ ਆਨੰਦ ਵਿੱਚ ਇੱਕ ਰਸ ਹੁਣ ਮਹਾਰਾਜ ਟਿਕੇ ਰਹਿੰਦੇ ਹਨ। ਆਸਾ ਗੁਬਾਰ ਰਬਾਬੀ ਗਾਵੈ, ਸੰਗਤ ਸੁਨਹਿ ਕਲੂਕ ਨਸਾਵੈ। ਤੇ ਸਤਿਗੁਰੂ ਦੇਵ ਜੀ ਹੁਣ ਰਬਾਬੀ ਹੈ ਜਿਹੜੇ ਉਹ ਗੁਰੂ ਦਰਬਾਰ ਵਿੱਚ ਆ ਕੇ ਆਸਾ ਦੀ ਵਾਰ ਦਾ ਹਰ ਜਸ ਕੀਰਤਨ ਕਰਦੇ ਆ ਤੇ ਸਤਿਗੁਰੂ ਜੀ ਦੀ ਸੰਗਤ ਸੁਣੈ ਕਲੂਖ ਨਸਾਵੈ, ਤੇ ਆਪਣੇ ਮਨ ਦੀ ਭੈੜੀ ਮੈਲ ਹਟਾ ਲੈਂਦੀਆਂ। ਭਾਵ ਸਤਿਗੁਰੂ ਜੀ ਦੇ ਬਚਨ ਸੁਣ ਕੇ ਕਰਤਾਰਥ ਹੁੰਦੀਆਂ ਨੇ। ਅਨਕ ਭਾਂਤ ਕੇ ਸੁੰਦਰ ਰਾਗ, ਮਿਲ ਬੈਠਤ ਸਿੱਖ ਜਿਨ ਵੱਡ ਭਾਗ। ਅਨੇਕਾਂ ਪ੍ਰਕਾਰ ਦੇ ਸੁੰਦਰ ਰਾਗ ਰਬਾਬੀ ਸਿੰਘ ਗਾਉਂਦੇ ਆ ਤੇ ਵੱਡੇ ਭਾਗਾਂ ਵਾਲੇ ਸਿੱਖ ਸਤਿਗੁਰੂ ਜੀ ਦੇ ਘਰ ਦਾ ਪਵਿੱਤਰ ਹਰ ਜਸ ਕੀਰਤਨ ਸਰਵਣ ਕਰਦੇ ਹਨ। ਸਭ ਸੋ ਰਾਗ ਵਿਸ਼ੇ ਵੈਰਾਗ, ਉਪਜੈ ਚਿਤ ਮਹਿ ਭਗਤੀ ਲਾਗ। ਆ ਤੇ ਇਸ ਪ੍ਰਕਾਰ ਪ੍ਰਭੂ ਪ੍ਰੇਮ ਦਾ ਜਿਹੜਾ ਰੰਗ ਪ੍ਰੇਮ ਸਿੱਖਾਂ ਦੇ ਹਿਰਦੇ ਵਿੱਚ ਉਤਪੰਨ ਹੁੰਦਾ ਹੈ। ਮਨ ਵਿਸ਼ੇ ਵਿਕਾਰਾਂ ਤੋਂ ਜਿੱਥੇ ਉਪਰਾਮ ਹੁੰਦਾ ਉੱਥੇ ਪ੍ਰੇਮਾ ਭਗਤੀ ਦੀ ਜਾਗ ਲੱਗਦੀ ਹੈ। ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ, ਸੁਣ ਸੁਣ ਗੁਰ ਕੇ ਸ਼ਬਦ ਨਿਹਾਲ। ਤੇ ਸਤਿਗੁਰੂ ਦੇਵ ਜੀ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹੁਣ ਅੰਮ੍ਰਿਤ ਸਮਾਨ ਹਰੀ ਰਸ ਦਾ ਹੁਣ ਸ਼ਬਦ ਹੈ ਜਿਹੜਾ ਉਹ ਗਾਇਆ ਜਾਂਦਾ ਹੈ। ਭਾਵ ਸਤ ਸੰਗਤ ਹੈ ਜਿਹੜੀ ਉਹ ਸੁਣ ਕੇ ਕਰਤਾਰਥ ਹੁੰਦੀ ਹੈ ਤੇ ਸਤਿਗੁਰੂ ਜੀ ਕੇ ਸਿੱਖ ਭਲੋ ਭਲੋਰੇ ਕੀਰਤਨੀਆਂ ਦੀਆਂ ਸ਼ਹਿਬਰਾਂ ਲਾਉਂਦੇ ਹਨ। ਔਰ ਹੋਤ ਸ਼੍ਰੀ ਅਰਜਨ ਨਾਥ, ਕੁੰਕਮ ਚੰਦਨ ਤਿਲਕ ਸੁਮਾਥ। ਤੇ ਸਤਿਗੁਰੂ ਦੇਵ ਜਦੋਂ ਆਪਣੇ ਸਮਾਧੀ ਅਵਸਥਾ ਦੇ ਵਿੱਚੋਂ ਆਪਣਾ ਅੰਮ੍ਰਿਤ ਵੇਲੇ ਦਾ ਨੇਮ ਨਿਭਾ ਕੇ ਹਟਦੇ ਆ, ਸੰਗਤਾਂ ਦੇ ਵਿੱਚ ਸੁੰਦਰ ਵਸਤਰਾਂ ਦੇ ਸਹਿਤ ਸੱਜ ਕੇ ਮਹਾਰਾਜ ਪਹੁੰਚਦੇ ਆ ਤੇ ਸਤਿਗੁਰੂ ਦੇਵ ਜੀ ਸਾਰੀਆਂ ਸੰਗਤਾਂ ਨੂੰ ਜਾ ਕਰਕੇ ਆਪਣਾ ਪਵਿੱਤਰ ਹੁਣ ਦਰਸ਼ਨ ਦਿਦਾਰਾ ਪ੍ਰਦਾਨ ਕਰਦੇ ਹਨ। ਸੂਖਮ ਸੇਤ ਵਸਤਰ ਤਨ ਧਰੈ, ਬੈਠ ਵਹਿਰ ਸਿੱਖਨ ਅਗ ਹਰੈ। ਸਤਿਗੁਰੂ ਦੇਵ ਜੀ ਆਪਣੇ ਹੁਣ ਮੁਬਾਰਕ ਸੁੰਦਰ ਪੰਜ ਭੌਤਿਕ ਸਰੀਰ ਪਰ ਸਫੇਦ ਵਸਤਰ ਸੂਖਮ ਧਾਰਨ ਕਰਦੇ ਆ ਤੇ ਬਾਹਰ ਬੈਠ ਕੇ ਸਿੱਖ ਸੰਗਤਾਂ ਨੂੰ ਜਿੱਥੇ ਦਰਸ਼ਨ ਦਿਦਾਰੇ ਪ੍ਰਦਾਨ ਕਰਦੇ ਆ ਉਥੇ ਸੰਗਤਾਂ ਦਾ ਦੁੱਖ ਸੁੱਖ ਵੀ ਸਤਿਗੁਰੂ ਦੇਵ ਸੁਣਦੇ ਹਨ। ਜਥਾ ਉਦੈ ਹੋਏ ਰਵ ਭਗਵਾਨ, ਕਰਹਿ ਪੁਨੀਤ ਸਬੋਧ ਜਹਾਨ। ਤੇ ਸਤਿਗੁਰੂ ਦੇਵ ਜੀ ਫਿਰ ਸਾਰੀਆਂ ਸੰਗਤਾਂ ਨੂੰ ਆਪਣਾ ਆਨੰਦਮਈ ਦਰਸ਼ਨ ਦਿੰਦੇ ਆ ਤੇ ਸਤਿਗੁਰੂ ਦੇਵ ਜੀ ਦਾ ਦਰਸ਼ਨ ਪਾ ਕੇ ਸੰਗਤਾਂ ਕਰਤਾਰਥ ਹੁੰਦੀਆਂ ਨੇ। ਤਥਾ ਗੁਰੂ ਅਰਜਨ ਹੋਏ ਜਾਹਰ, ਦਰਸ਼ਨ ਸ਼ਾਂਤ ਦਿਖਾਵਹਿ ਬਾਹਰ। ਇਉਂ ਸਤਿਗੁਰੂ ਦੇਵ ਜੀ ਸਾਰੇ ਬੰਨੇ ਹੁਣ ਜ਼ਾਹਰ ਹੋ ਰਹੇ ਆ ਤੇ ਭਾਰੀ ਸਿੱਖ ਸੰਗਤਾਂ ਸਤਿਗੁਰੂ ਦੇਵ ਜੀ ਦਾ ਸੁਜਸ ਗਾਉਂਦੀਆਂ ਸੁਜਸ ਕਰਦੀਆਂ ਨੇ। ਗਿਆਨ ਸ਼ਬਦ ਕੋ ਮਹਿਦ ਪ੍ਰਕਾਸ਼ੈ, ਵਿਖ ਪੰਕਜ ਗਨ ਦਾਸ ਵਿਗਾਸੈ। ਤੇ ਸਤਿਗੁਰੂ ਦੇਵ ਜੀ ਦੀ ਹੁਣ ਸਿੱਖ ਸੰਗਤ ਹੈ ਜਿਹੜੀ ਉਹ ਦਰਸ਼ਨ ਕਰਕੇ ਕਰਤਾਰਥ ਹੁੰਦੀ ਹੈ। ਮਹਾਰਾਜ ਨਾਮ ਦੇ ਗਿਆਨ ਦਾ ਹੁਣ ਪ੍ਰਗਟਾਵਾ ਕਰਦੇ ਆ ਤੇ ਸੰਗਤਾਂ ਦਰਸ਼ਨ ਕਰਕੇ ਹੁਣ ਨਿਹਾਲ ਹੁੰਦੀਆਂ ਤੇ ਜਗਿਆਸੂ ਜੀਵਾਂ ਦੇ ਹਿਰਦੇ ਘਰ ਕਮਲ ਫੁੱਲ ਦੇ ਵਾਂਗ ਸਤਿਗੁਰੂ ਜੀ ਦੀ ਰਸਨਾ ਤੋਂ ਹਰਜਾ ਸੁਣ ਕੇ ਖਿੜ ਜਾਂਦਾ ਹੈ। ਕਾਪਟ ਪਾਪ ਤਮ ਦੂਰ ਬਿਲਾਏ, ਸੰਤ ਮਦੁਪ ਆਤਿਸ਼ੈ ਹਰ ਖਾਏ। ਗੁਰੂ ਦੇਵ ਜੀ ਹੁਣ ਆਪਣੇ ਤਾਂ ਸੰਗਤਾਂ ਨੂੰ ਕਰਤਾਰਥ ਕਰਦੇ ਆ। ਗੁਰੂ ਜੀ ਸੰਗਤਾਂ ਦੇ ਹਿਰਦੇ ਵਿੱਚ
ਪਈ ਹੋਈ ਪਾਪਾਂ ਦੀ ਜਿਹੜੀ ਮਲੀਨਤਾ ਉਹਨੂੰ ਦੂਰ ਕਰਦੇ ਆ। ਸੰਤ ਰੂਪੀ ਭੌਰੇ ਹੁਣ ਆਪਣੇ ਤਾਈਂ ਆਨੰਦਿਤ ਹੁੰਦੇ ਹੈ। ਜਾਮ ਦਿਵਸ ਲਗਦੇ ਉਪਦੇਸ਼, ਨਿਜ ਸੇਵਕ ਕੇ ਕਟੈ ਕਲੇਸ਼। ਤੇ ਸਤਿਗੁਰ ਦੇਵ ਜੀ ਹੁਣ ਪਹਿਰ ਦਿਨ ਰਹਿੰਦੇ ਤੱਕ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਕਰਤਾਰਥ ਕਰਦੇ ਹਨ। ਬਹੁਰੋ ਦੇਗ ਤਿਆਰ ਹੋਏ ਜਾਵੈ, ਸੂਪਕਾਰ ਤਬ ਆਨ ਜਨਾਵੈ। ਫਿਰ ਜਦ ਲੋਹ ਲੰਗਰ ਤਿਆਰ ਹੋ ਜਾਂਦਾ ਹੈ ਤੇ ਆ ਕਰਕੇ ਰਸੋਈਏ ਸਿੱਖ ਸਤਿਗੁਰੂ ਦੇਵ ਜੀ ਦੇ ਸੰਗਤਾਂ ਦੇ ਲਈ ਲੋਹ ਲੰਗਰ ਤਿਆਰ ਕਰਦੇ ਹਨ। ਏ ਸੰਗਤ ਸਗਰੀ ਕੋ ਸੰਗ, ਬੈਠੈ ਪੰਗਤ ਲਾਏ ਅਭੰਗ। ਤੇ ਫਿਰ ਜਦੋਂ ਸਾਰੀ ਸੰਗਤ ਆ ਜੁੜਦੀ ਹੈ, ਮਹਾਰਾਜ ਸਾਰੀ ਸੰਗਤ ਦੇ ਨਾਲ ਮਿਲ ਕੇ ਪੰਗਤ ਵਿੱਚ ਬੈਠ ਕੇ ਜਲ ਪਾਣੀ ਇਉਂ ਛਕਦੇ ਹਨ। ਅੰਮ੍ਰਿਤ ਭੋਜਨ ਸਭਨ ਭੁਗਾਵੈ, ਉਠੈ ਪ੍ਰਭੂ ਜਬ ਸਭ ਤ੍ਰਿਪਤਾਵੈ। ਹਾਂ, ਇਉਂ ਫਿਰ ਸਤਿਗੁਰ ਦੇਵ ਜੀ ਉੱਠਦੇ ਆ, ਸਾਰੀ ਜਦੋਂ ਸੰਗਤ ਜਲ ਪਾਣੀ ਛਕ ਕੇ ਤ੍ਰਿਪਤ ਹੋ ਜਾਂਦੀ ਹੈ। ਲੇਟੈ ਪੁਨ ਪ੍ਰਿਅੰਕ ਪਰ ਜਾਏ, ਕੇਤਕ ਸਮੈ ਸੁਪਤ ਹੈ ਸੁਖ ਪਾਏ। ਫਿਰ ਮਹਾਰਾਜ ਆਪਣੇ ਸੁਖ ਸੇਜਾ ਤੇ ਪਲੰਘ ਤੇ ਲੇਟ ਜਾਂਦੇ ਆ ਤੇ ਕਾਫੀ ਸਮੇਂ ਤੱਕ ਸਤਿਗੁਰ ਦੇਵ ਸਰੀਰਕ ਹੁਣ ਸੁਖ ਪ੍ਰਾਪਤ ਕਰਦੇ ਹਨ। ਧਰੇ ਦਿਵਸ ਜਬ ਉਠਬੋ ਕਰੈ, ਸਨੈ ਸਨੈ ਪੁਨ ਸੁਚੇਤਾ ਧਰੈ। ਆ ਦੁਪਹਿਰ ਸਮੇਂ ਸਤਿਗੁਰ ਦੇਵ ਕੁਝ ਵਿਸ਼ਰਾਮ ਕਰਦੇ ਆ, ਲੋਢੇ ਪੈਰ ਫਿਰ ਸਤਿਗੁਰ ਦੇਵ ਜਾਗਦੇ ਆ ਤੇ ਆਪਣੇ ਸਰੀਰ ਦੀ ਸੁਚਮ ਨੂੰ ਹੁਣ ਅਖਤਿਆਰ ਕਰਦੇ ਹਨ। ਕੇਤਕ ਘਟੀ ਤੋ ਬਿਕਥਾ ਸੁਨੰਤੇ, ਭਗਤ ਸੁਬ੍ਰਹਮ ਗਿਆਨ ਨਿਰਣੰਤੇ। ਫਿਰ ਉਹ ਕੁਝ ਘੜੀਆਂ ਮਹਾਰਾਜ ਸਤਿਗੁਰ ਦੇਵ ਜੀ ਕਥਾ ਸੁਣਦੇ ਆ, ਕਿਉਂਕਿ ਸਤਿਗੁਰੂ ਜੀ ਦਾ ਸਵੇਰੇ ਸ਼ਾਮ ਦਾ ਦੀਵਾਨ ਸਜਿਆ ਕਰਦਾ ਸੀ। ਜਿਵੇਂ ਹੁਣ ਆਪਾਂ ਗੁਰੂ ਦਰਬਾਰ ਦੀ ਸਵੇਰੇ ਸ਼ਾਮ ਦੀ ਨਿਤਨੇਮ ਦੀ ਮਰਿਆਦਾ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਨਾ, ਇਹ ਗੁਰੂ ਕਾਲ ਵੇਲੇ ਦੀ ਸਤਿਗੁਰੂ ਦੇਵ ਜੀ ਦੇ ਦਰਬਾਰ ਸਜਿਆ ਕਰਦੇ ਸੀ। ਤੇ ਸਤਿਗੁਰ ਦੇ ਫਿਰ ਸੰਧਿਆ ਵੇਲੇ ਹਰਿ ਜਸ ਸਰਵਣ ਕਰਦੇ, ਕਥਾ ਸੁਣਦੇ ਤੇ ਆਪਣੇ ਤਾਈਂ ਭਗਤ ਸੋ ਬ੍ਰਹਮ ਗਿਆਨ ਨਿਰਣੰਤੇ ਤੇ ਮਹਾਰਾਜ ਬ੍ਰਹਮ ਗਿਆਨ ਦਾ ਨਿਰਣਾ ਕਰਦੇ ਤੇ ਪ੍ਰੇਮੀ ਸਿੱਖਾਂ ਨੂੰ ਬ੍ਰਹਮ ਦਾ ਉਪਦੇਸ਼ ਦ੍ਰਿੜ ਕਰਵਾਉਂਦੇ। ਪੁਨ ਕੀਰਤਨ ਕੋ ਵੇਲਾ ਹੋਏ, ਧਰੇ ਪ੍ਰੇਮ ਸੁਨਤੇ ਸਭ ਕੋਏ। ਤੇ ਫਿਰ ਸਤਿਗੁਰੂ ਦੇਵ ਜੀ ਦੀ ਹਜ਼ੂਰੀ ਵਿੱਚ ਜਦੋਂ ਸੰਧਿਆ ਕਥਾ ਦਾ ਸਮਾਪਨ ਹੁੰਦਾ ਤੇ ਫਿਰ ਕੀਰਤਨ ਕਰਦੇ ਰਬਾਬੀ ਸਿੰਘ ਆ ਕਰਕੇ। ਸੱਦੂ ਤੇ ਮੱਦੂ ਇਹ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਸਮੇਂ ਰਬਾਬੀ ਸਨ, ਇਹ ਕੀਰਤਨ ਕਰਦੇ ਤੇ ਫਿਰ ਕੀਰਤਨ ਸੁਣਨ ਵਾਲੇ ਜਿਹੜੇ ਪ੍ਰੇਮੀ ਗੁਰਸਿੱਖ ਹੋਇਆ ਕਰਦੇ, ਉਹ ਕੀਰਤਨ ਸੁਰ ਕੇ ਤ੍ਰਿਪਤ ਹੁੰਦੇ, ਆਨੰਦਿਤ ਹੁੰਦੇ। ਸਤ ਸੰਗਤ ਕਰਤੇ ਬਹੁ ਕਾਲ, ਮੇਟ ਹੈ ਦਾਸਨ ਕੇ ਜਮ ਜਾਲ। ਤੇ ਗੁਰੂ ਜੀ ਬਹੁਤ ਸਮੇਂ ਤੱਕ ਸਤ ਸੰਗਤ ਕਰਦੇ ਤੇ ਆਪਣੇ ਦਾਸਾਂ ਦੇ ਮਨਾਂ ਤੋਂ ਹੁਣ ਜਮਾਂ ਦੀ ਜਿਹੜੀ ਹੁਣ ਮੈਲ ਸੀ ਨਾ ਵਿਕਾਰਾਂ ਦੀ, ਉਹਨੂੰ ਦੂਰ ਕਰਦੇ। ਜਾਮ ਜਾਮਨੀ ਉਠੇ ਉਪਦੇਸ਼ੈ, ਸਿੱਖਨ ਬਖਸ਼ ਹੋਤ ਵਿਸ਼ੇਸ਼ੈ। ਤੇ ਮਹਾਰਾਜ ਫਿਰ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਤੇ ਸਾਰੀਆਂ ਸਿੱਖ ਸੰਗਤਾਂ ਕਿਰਤਾਰਥ ਹੁੰਦੀਆਂ। ਤੇ ਮਹਾਰਾਜ ਫਿਰ ਰਾਤਰੀ ਸਮੇਂ ਆਪਣੇ ਤਾਈਂ ਕੁਝ ਲੋੜਕ ਜਿੰਨਾ ਜਲ ਪਾਣੀ ਛਕਦੇ, ਫਿਰ ਵਿਸ਼ਰਾਮ ਵਿੱਚ ਚਲੇ ਜਾਂਦੇ। ਰਿੱਧ ਸਿੱਧ ਨੌ ਨਿਧ ਖਰੀ ਹੈ, ਦੇਤ ਸੋ ਜਿਸ ਪਰ ਕਿਰਪਾ ਕਰੀ ਹੈ। ਤੇ ਮਹਾਰਾਜ ਫਿਰ ਆਪਣੇ ਤਾਈਂ ਜਿਨ੍ਹਾਂ ਦੇ ਪਾਸ ਰਿੱਧੀਆਂ ਸਿੱਧੀਆਂ ਖੜੀਆਂ ਰਹਿੰਦੀਆਂ ਨੇ ਤੇ ਜਿਹਦੇ ਤਾਈਂ ਮਹਾਰਾਜ ਯੋਗ ਜਾਣਦੇ, ਉਹਦੇ ਤਾਈਂ ਦਾਤਾਂ ਦੇ ਕੇ ਨਵਾਜਦੇ। ਤੇ ਮਹਾਰਾਜ ਜੀ ਦਾ ਇਹ ਦਿਨਚਰਿਆ ਸੀ, ਹੁਣ ਪਹਿਰ ਰਾਤ ਰਹਿੰਦੇ ਜਾਗਣਾ ਤੇ ਮਹਾਰਾਜ ਨੇ ਫਿਰ ਆਪਣੇ ਨਿਜ ਸਰੂਪ ਦਾ ਧਿਆਨ ਕਰਨਾ, ਅੰਮ੍ਰਿਤ ਵੇਲੇ ਦਾ ਦੀਵਾਨ ਸਜਣਾ, ਫਿਰ ਸੰਗਤ ਨੂੰ ਦਰਸ਼ਨ ਦਿਦਾਰਾ ਦੇਣਾ, ਉਪਦੇਸ਼ ਦ੍ਰਿੜ ਕਰਵਾਉਣਾ, ਫਿਰ ਸੰਧਿਆ ਸਮੇਂ ਦਾ ਦੀਵਾਨ ਸਜਾਉਣਾ, ਦੁਪਹਿਰ ਵੇਲੇ ਕੁਝ ਸਮਾਂ ਆਰਾਮ ਕਰਨਾ। ਇਸ ਪ੍ਰਕਾਰ ਗੁਰੂ ਅਰਜਨ ਦੇਵ ਜੀ ਇਹ ਹੁਣ ਆਪਣੇ ਤਾਈਂ ਦਿਨ ਦਾ ਸਮਾਂ ਬਤੀਤ ਕਰਦੇ। ਭਗਤ ਪ੍ਰੇਮ ਕੈ ਆਤਮ ਗਿਆਨ, ਪਾਵਹਿ ਆਪਣੇ ਬੰਧਨ ਹਾਨ। ਹਾਂ, ਤੇ ਬੜੇ ਨੇਮੀ ਪ੍ਰੇਮੀ ਸਤਿਗੁਰ ਦੇਵ ਜੀ ਤੋਂ ਪ੍ਰੇਮਾ ਭਗਤੀ ਦੇ ਦੁਆਰਾ ਹੁਣ ਆਪਣਾ ਜੀਵਨ ਦਾ ਭਲਾ ਕਰਵਾਉਂਦੇ, ਮਹਾਰਾਜ ਆਤਮ ਦਾ ਬੋਧ ਕਰਵਾਉਂਦੇ ਤੇ ਸੰਸਾਰੀ ਮਾਇਕ ਬੰਧਨਾਂ ਨੂੰ ਹਰ ਲੈਂਦੇ। ਨਾਮ ਬਹੁੜਾ ਜਾਤ ਸੁਨਾਰ, ਆਣ ਪਹੁੰਚਿਓ ਗੁਰ ਦਰਬਾਰ। ਇਹ ਸਤਿਗੁਰੂ ਦੇਵ ਜੀ ਦਾ ਦਰਬਾਰ ਸਜਿਆ ਹੋਇਆ। ਇੱਕ ਦਿਨ ਦੀ ਬਾਤ ਹੈ, ਭਾਈ ਬੌੜਾ ਜੀ, ਬੌੜਾ ਨਾਮ ਹੈ ਇੱਕ ਸਿੱਖ ਦਾ, ਇਹ ਜਾਤ ਦਾ ਸੁਨਿਆਰਾ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਹੈ। ਪ੍ਰੇਮ ਕੋ ਸਾਥ ਦਰਸ਼ਨ ਕੋ ਕੀਨਾ, ਮਸਤਕ ਪਗ ਪੰਕਜ ਧਰ ਦੀਨਾ। ਉਸ ਨੇ ਪ੍ਰੇਮ ਸਹਿ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕੀਤੇ ਹੈ ਭਾਈ ਬੌੜਾ ਜੀ ਨੇ, ਤੇ ਸਤਿਗੁਰੂ ਜੀ ਨੂੰ ਬੜੇ ਆਦਬ ਦੇ ਨਾਲ ਮੱਥਾ ਟੇਕਿਆ ਹੈ। ਕਰੋ ਰਹੋ ਦੇਖਤ ਚਿਰਕਾਲ,
ਕਿਰਪਾ ਧਾਰ ਬੂਝੋ ਸੋ ਕਿਰਪਾਲ। ਤੇ ਭਾਈ ਬੌੜਾ ਜੀ ਕਿੰਨਾ ਚਿਰ ਸਤਿਗੁਰੂ ਦੇਵ ਜੀ ਦਾ ਨਾ ਟਿਕਟਕੀ ਲਗਾ ਕੇ ਹੁਣ ਦਰਸ਼ਨ ਕਰਦੇ ਰਹੇ, ਮਹਾਰਾਜ ਦੇ ਵੱਲ ਤੱਕਦੇ ਰਹੇ। ਜਿਵੇਂ ਆਪਾਂ ਬਾਣੀ ਦੇ ਬਚਨ ਪੜ੍ਹਦੇ ਕਿ ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਹੁਣ ਕਿੰਨਾ ਚਿਰ ਭਾਈ ਬੌੜਾ ਜੀ ਮਹਾਰਾਜ ਦਾ ਦਰਸ਼ਨ ਪਾਉਂਦੇ ਰਹੇ। ਅਹੋ ਬਹੋੜਾ ਸਾਚੀ ਕਹੀਐ, ਨਹੀਂ ਦੁਰਾਵਨ ਕੋ ਚਿਤ ਚਹੀਐ। ਤੇ ਮਹਾਰਾਜ ਨੇ ਵੇਖਿਆ ਵੀ ਕੋਈ ਸੇਕੜ ਹੈ, ਤੇ ਮਹਾਰਾਜ ਹੁਣ ਜਾਣੀ ਜਾਣ ਨੇ ਸਤਿਗੁਰ ਦੇ ਪੁੱਛਣ ਲੱਗੇ, ਹੈ ਭਾਈ ਬੌੜਾ ਹੁਣ ਸੱਚੋ ਸੱਚ ਗੱਲ ਦੱਸਣਾ ਕਰੀ, ਕੋਈ ਚਿੱਤ ਵਿੱਚ ਗੱਲ ਲੁਕੋਈ ਨਾ, ਅਸੀਂ ਜੋ ਤੈਨੂੰ ਪੁੱਛ ਰਹੇ ਹਾਂ। ਕਾਲ ਬਿਤਾਵਹੁ ਕੌਣ ਪ੍ਰਕਾਰ, ਕੌਣ ਕ੍ਰਿਤ ਕਰ ਕਰਹੁ ਆਹਾਰ। ਮਹਾਰਾਜ ਕਹਿੰਦੇ ਭਾਈ ਬੌੜੇ ਦੱਸਣਾ ਕਰ, ਸਮਾਂ ਕਿਵੇਂ ਬਤੀਤ ਹੁੰਦਾ ਹੈ, ਕਿਹੜਾ ਧੰਦਾ ਕਰਦਾ ਪੇਟ ਪੂਰਤੀ ਦੇ ਲਈ। ਜਬ ਸ਼੍ਰੀ ਅਰਜਨ ਬੁੱਝੀ ਬਾਤ, ਵਾਹਿਗੁਰੂ ਸੁਖ ਚਤ ਪਾਖਤ ਕੰਪਤ ਗਾਤ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪੁੱਛਦੇ ਆ ਨਾ, ਤੇ ਭਾਈ ਬੌੜਾ ਜੀ ਹੁਣ ਕੰਬਦੇ ਹੋਏ ਹੁਣ ਸਰੀਰ ਦੇ ਸਹਿਤ ਹੁਣ ਇਉਂ ਆਪਣੇ ਵੱਲੋਂ ਕੁਝ ਦੱਸਦੇ ਹੈ। ਹਾਥ ਜੋੜ ਅਰਦਾਸ ਬਖਾਨੀ, ਸ਼੍ਰੀ ਸਤਿਗੁਰ ਸਭ ਘਟ ਕੇ ਜਾਨੀ। ਹੁਣ ਜਦੋਂ ਸਤਿਗੁਰੂ ਜੀ ਨੇ ਨਾਮ ਲੈ ਕੇ ਸੰਬੋਧਨ ਕੀਤਾ ਸਿੱਖ ਨੂੰ, ਤੇ ਸਿੱਖ ਤੇ ਥਰ ਥਰ ਕੰਬਣ ਲੱਗ ਗਿਆ। ਤੇ ਮਹਾਰਾਜ ਨੇ ਪੁੱਛਿਆ ਵੀ ਭਾਈ ਕਿਹੜਾ ਕੰਮ ਕਰਦਾ ਨਿਰਵਾਹ ਦੇ ਲਈ, ਤੇ ਸਮਾਂ ਕਿਵੇਂ ਬਤੀਤ ਹੋ ਰਿਹਾ ਹੈ। ਤੇ ਭਾਈ ਬੌੜਾ ਜੀ ਦੇ ਹੱਥ ਜੁੜੇ ਆ ਤੇ ਬੇਨਤੀ ਕੀਤੀ, ਮਹਾਰਾਜ ਆਪ ਤੇ ਘਟ ਘਟ ਦੀ ਜਾਣਨ ਵਾਲੇ ਹੋ, ਮਹਾਰਾਜ ਆਪ ਜੀ ਨੂੰ ਭਲੀ ਭਾਂਤ ਪਤਾ ਹੀ ਹੈ। ਕਿਰਤ ਸੁਨਾਰੋ ਕੀ ਮੈਂ ਕਰਹੁ, ਕਾਲ ਬਿਤਾਵੋ ਉਦਰ ਸੋ ਭਰਹੁ। ਮਹਾਰਾਜ ਮੈਂ ਸੁਨਿਆਰੇ ਦੀ ਕਿਰਤ ਕਰਦਾ, ਮੈਂ ਸੁਨਾਰ ਦਾ ਕੰਮ ਕਰਦਾ, ਤੇ ਇਹਦੇ ਨਾਲ ਮੇਰਾ ਜੀਵਨ ਦਾ ਨਿਰਵਾਹ ਹੁੰਦਾ ਹੈ, ਤੇ ਇਉਂ ਮੈਂ ਆਪਣੇ ਤੇ ਪਰਿਵਾਰ ਦਾ ਪੇਟ ਪਾਲਦਾ ਹਾਂ। ਸੁਣ ਗੁਰ ਕਹਿਓ ਕਿਰਤ ਕਰ ਕੋਈ, ਧਰਮ ਸਮੇਤ ਨਿਰਵਾਹ ਸੋਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾਲੂ ਦਾਤਾਰ ਆਖਣ ਲੱਗੇ, ਭਾਈ ਬੌੜਾ ਜੀ ਤੁਸੀਂ ਕਿਰਤ ਭਾਵੇਂ ਕੋਈ ਵੀ ਕਰੋ, ਪਰ ਤੁਹਾਡੀ ਜਿਹੜੀ ਕਿਰਤ ਹੈ ਨਾ ਧਰਮ ਦੇ ਸਹਿਤ ਹੁਣ ਨਿਭਾਉਣੀ ਕਰੋ। ਵੀ ਤੁਹਾਡੀ ਕਿਰਤ ਹੈ ਨਾ ਜਿਹੜੀ ਉਹ ਧਰਮ ਦੇ ਆਸ਼ੇ ਅਨੁਸਾਰ ਹੋਵੇ। ਕਪਟ ਵਿਹੀਨ ਜੀਵ ਕਾ ਕਰੈ, ਪਰ ਕੀ ਵਸਤ ਛੁਪਾਏ ਨਾ ਧਰੈ। ਹਾਂ ਤੁਸੀਂ ਆਪਣੇ ਤਾਂ ਹੀ ਹੁਣ ਕਪਟ ਤੋਂ ਮੁਕਤ ਹੋ ਕੇ ਉਪਜੀਵਕਾ ਹੁਣ ਕਮਾਓ, ਵੀ ਤੁਹਾਡੇ ਜੀਵਨ ਵਿੱਚ ਕੋਈ ਛਲ ਕਪਟ ਨਾ ਹੋਵੇ, ਤੇ ਪਰਾਈ ਵਸਤੂ ਨੂੰ ਕਿਤੇ ਛੁਪਾਉਣਾ ਨਹੀਂ, ਕੋਈ ਚੋਰੀ ਨਹੀਂ ਕਰਨੀ, ਕੋਈ ਕਿਸੇ ਦੇ ਤਾਂ ਹੀ ਡਾਕਾ ਨਹੀਂ ਮਾਰਨਾ। ਆਪਣੀ ਸੱਚੀ ਸੁੱਚੀ ਕਿਰਤ ਕਰਕੇ ਇਉਂ ਆਪਣੇ ਜੀਵਨ ਦਾ ਨਿਰਵਾਹ ਕਰਨਾ ਹੈ। ਇਸ ਮਹਿ ਬਾਟ ਪ੍ਰਭੂ ਹਿਤ ਖਾਵੈ, ਤਿਸ ਕੋ ਉਰ ਨਿਰਮਲ ਹੋਏ ਜਾਵੈ। ਹਾਂ ਜੋ ਆਪਣੀ ਕਮਾਈ ਵਿੱਚੋਂ ਪ੍ਰਭੂ ਦੇ ਨਾਮ ਤੇ ਵੰਡ ਕੇ ਖਾਂਦਾ ਹੈ ਨਾ, ਉਹਦਾ ਹਿਰਦਾ ਸਵੱਛ ਹੋ ਜਾਂਦਾ ਹੈ। ਹੁਣ ਆਪਣੇ ਤਾਂ ਹੀ ਮਹਾਰਾਜ ਦੇ ਵੀ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਕਿ ਕਿਰਤ ਬਿਰਤ ਕਰ ਧਰਬੰਦੀ ਹੱਥੋਂ ਦੇ ਕੇ ਭਲਾ ਮਨਾਵੈ। ਭਾਈ ਗੁਰਦਾਸ ਜੀ ਵੀ ਇਹੀ ਸਾਡੇ ਤਾਂ ਹੀ ਸਮਝਾਉਂਦੇ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਹੁਣ ਇਹੀ ਸਾਡੇ ਤਾਂ ਹੀ ਫਰਮਾਨ ਮਹਾਰਾਜ ਬਾਣੀ ਵਿੱਚ ਬਾਰੰਬਾਰ ਸਮਝਾਉਂਦੇ ਹੈ ਕਿ ਭਾਈ ਤੂੰ ਆਪਣੀ ਜਿਹੜੀ ਕਿਰਤ ਕਮਾਈ ਉਹ ਸੱਚੀ ਸੁੱਚੀ ਕਰ, ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ, ਕਿਸੇ ਦਾ ਹੱਕ ਨਹੀਂ ਮਾਰਨਾ, ਕਿਉਂਕਿ ਜੇ ਹੱਕ ਮਾਰ ਕੇ ਖਾਵਾਂਗੇ ਤੇ ਉਹਦੇ ਬਾਬਤ ਮਹਾਰਾਜ ਕਥਨ ਕਰਦੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮੀ ਤਾਂ ਪਰੇ, ਜਾਂ ਮੁਰਦਾਰ ਨਾ ਖਾਏ। ਹੁਣ ਪਰਾਇਆ ਹੱਕ ਖਾਣਾ ਸਤਿਗੁਰੂ ਆਖਦੇ ਸਿੱਖ ਲਈ ਮੁਰਦਾਰ ਖਾਣਾ। ਜਿਹੋ ਜੀ ਹਿੰਦੂ ਨੇ ਗਊ ਖਾ ਲਈ ਤੇ ਜਿਹੋ ਜਿਹਾ ਮੁਸਲਮਾਨ ਨੇ ਸੂਰ ਦਾ ਮਾਸ ਖਾ ਲਿਆ, ਉਹੋ ਜਿਹਾ ਸਿੱਖ ਦੇ ਲਈ ਪਰਾਇਆ ਹੱਕ ਖਾਣਾ ਹੈ। ਪਰ ਖਾਲਸਾ ਜੀ ਅੱਜ ਸਾਡੇ ਵਿੱਚ ਵੀ ਇਹ ਕੁਰੀਤੀ ਹੁਣ ਭਾਰੀ ਪੈਂਦੀ ਜਾ ਰਹੀ ਹੈ। ਸਾਡੇ ਵਿੱਚ ਵੀ ਹੁਣ ਹੱਥੀਂ ਕਿਰਤਕਾਰ ਕਰਨ ਦੀ ਜਿੱਥੇ ਭਾਰੀ ਹੁਣ ਸਮੱਸਿਆ ਅਸੀਂ ਸਮਝਦੇ ਹਾਂ, ਉੱਥੇ ਅਸੀਂ ਪਰਾਇਆ ਹੱਕ ਖਾਣਾ ਵੀ ਅੱਜ ਕੱਲ੍ਹ ਮਾਣ ਦੀ ਗੱਲ ਸਮਝਦੇ ਹਾਂ। ਪਰ ਮਹਾਰਾਜ ਸਮਝਾਉਂਦੇ ਵੀ ਨਹੀਂ ਵੀ ਘਾਰ ਖਾਏ ਕਿਛ ਹੱਥੋਂ ਦੇ, ਵੀ ਤੂੰ ਘਾਲ ਕਮਾਈ ਕਰ ਤੇ ਉਹਦੇ ਵਿੱਚੋਂ ਕੁਝ ਗੁਰੂ ਨਿਮਿਤ ਦਾਨ ਕਰ, ਤੇ ਉਹ ਸੱਚੀ ਸੁੱਚੀ ਉਪਜੀਵਕਾ ਚਲਾ ਕੇ ਜੀਵਨ ਦਾ ਨਿਰਵਾਹ ਕਰ। ਬੇਨਤੀ ਜੁਗਤ ਬਹੋੜੇ ਕਹਿਓ, ਕੰਪਤ ਲੋਚਨ ਤੇ ਜਲ ਬਹਿਓ। ਤੇ ਇਉਂ ਹਿਰਦਾ ਸ਼ੁੱਧ ਹੋ ਜਾਂਦਾ। ਤੇ ਜਦੋਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਨਾ, ਤੇ ਬੇਨਤੀ ਜੁਗਤ ਬਹੁੜੇ ਕਹਿਓ, ਭਾਈ ਬੌੜੇ ਨੇ ਹੱਥ ਜੋੜੇ ਬੇਨਤੀ ਕੀਤੀ ਕੰਬਦੇ ਹੋਏ, ਨੇਤਰਾਂ ਦੇ ਵਿੱਚੋਂ ਨੀਰ ਵਗ ਰਿਹਾ ਹੈ। ਹੇ ਸਤਿਗੁਰ ਮੈਂ ਮਹਾ ਅਧਰਮੀ, ਵਾਹਿਗੁਰੂ ਪਾਪ ਕਿਰਤ ਨਿਤ ਕਰੋ ਕੁਕਰਮੀ। ਮਹਾਰਾਜ ਨੂੰ ਬੇਨਤੀ ਕਰਨ ਲੱਗਿਆ ਭਾਈ ਬੌੜਾ, ਮਹਾਰਾਜ
ਮੈਂ ਤੇ ਬਹੁਤ ਅਧਰਮੀ ਹਾਂ, ਬੜਾ ਪਾਪੀ ਹਾਂ। ਮੈਂ ਤੇ ਰੋਜ਼ ਹੀ ਪਾਪ ਕਰਦਾ, ਖੋਟੇ ਕਰਮ ਕਮਾਉਂਦਾ ਹਾਂ। ਮਾਤ ਪਿਤਾ ਕਰਾਵਹਿ ਘਾਟ, ਚੌਥੇ ਭਾਗ ਲਿਉ ਮੈਂ ਕਾਟ। ਮਹਾਰਾਜ ਮੈਥੋਂ ਤਾਂ ਜੇ ਕੋਈ ਆਪਣੇ ਮਾਤਾ ਪਿਤਾ ਦੇ ਲਈ ਕੋਈ ਗਹਿਣੇ ਕਢਾਉਂਦਾ ਹੈ ਨਾ, ਕਿਉਂਕਿ ਮੈਂ ਸੁਨਾਰਾ ਹਾਂ, ਸੁਨਾਰ ਦਾ ਕੰਮ ਕਰਦਾ, ਤੇ ਸੁਨਾਰ ਦਾ ਕੰਮ ਆਪਾਂ ਨੂੰ ਪਤਾ ਹੀ ਹੈ ਵੀ ਕਿਸੇ ਦੇ ਕੋਈ ਕੰਗਣ ਬਣਾ ਤੇ ਕੋਈ ਛਾਪਾਂ ਮੁੰਦੀਆਂ ਬਣਾ ਦੇਣੀਆਂ। ਹੁਣ ਇਹ ਕੰਮ ਹੈ ਨਾ ਸੁਨਿਆਰਿਆਂ ਦਾ, ਗਹਿਣੇ ਗੱਟੇ ਤਿਆਰ ਕਰਕੇ ਦਿੰਦੇ ਆ। ਭਾਈ ਬੌੜੇ ਨੇ ਬੇਨਤੀ ਕੀਤੀ, ਮਹਾਰਾਜ ਮੈਥੋਂ ਜਿਹੜਾ ਕੋਈ ਆਪਣੇ ਮਾਤਾ ਪਿਤਾ ਦੇ ਲਈ ਕੋਈ ਹੋਰ ਕੋਈ ਆਪਣੇ ਧੀ ਪੁੱਤ ਦੇ ਵਿਆਹ ਦੇ ਲਈ ਕੋਈ ਸੋਨੇ ਦੇ ਗਹਿਣੇ ਬਣਾਉਂਦਾ ਨਾ ਭੂਖਣ, ਤੇ ਮੈਂ ਉਹਦੇ ਤਾਂ ਹੀ ਮਹਾਰਾਜ ਚੌਥਾ ਹਿੱਸਾ ਕੱਟ ਲੈਂਦਾ ਵੀ ਤੋਲੇ ਦੇ ਵਿੱਚ ਮੈਂ ਹੁਣ ਕੁਝ ਨਾ ਕੁਝ ਟਾਂਕਾ ਲਾ ਲੈਂਦਾ ਵੀ ਮੈਂ ਘੱਟ ਬਣਾ ਕੇ ਦਿੰਦਾ ਅਗਲੇ ਤਾਂ ਹੀ। ਅਵਰ ਨਰਨ ਕੀ ਗਿਣਤੀ ਕੋ ਹੈ, ਜਿਉ ਬਨ ਜਾਏ ਸੋ ਲਿਉ ਤਿਹੋ ਹੈ। ਤੇ ਮਹਾਰਾਜ ਹੁਣ ਮੇਰੇ ਤਾਂ ਹੀ ਅਵਰ ਨਰਨ ਕੀ ਗਿਣਤੀ ਕੋ ਹੈ, ਹੋਰ ਗਾਹਕਾਂ ਦੀ ਤਾਂ ਗਿਣਤੀ ਆਪ ਗੱਲ ਹੀ ਕੀ ਹੈ, ਜੋ ਵੱਧ ਤੋਂ ਵੱਧ ਬਣ ਜਾਂਦਾ ਉਹਨਾਂ ਤੋਂ ਮੈਂ ਲੈ ਲੈਂਦਾ ਹਾਂ। ਧਰਮ ਅਧਰਮਨ ਜਾਨੋ ਕੋਈ, ਪਿਤਾ ਪਿਤਾਮਾ ਕੀ ਕ੍ਰਿਤ ਸੋਈ। ਮਹਾਰਾਜ ਮੈਨੂੰ ਨਹੀਂ ਪਤਾ ਵੀ ਇਹ ਧਰਮ ਹੈ ਕਿ ਅਧਰਮ ਹੈ, ਵੀ ਇਹ 'ਚ ਕਿੰਨਾ ਕੁ ਮੇਰਾ ਪਾਪ ਹੋ ਰਿਹਾ, ਮੈਂ ਨਹੀਂ ਇਹ ਗੱਲ ਨੂੰ ਜਾਣਦਾ। ਮੇਰੇ ਤਾਂ ਪਿਤਾ ਪਿਤਾਮਾ ਤੋਂ, ਮੇਰੇ ਤਾਂ ਹੁਣ ਪੀੜ੍ਹੀਆਂ ਤੋਂ ਇਹ ਕੰਮ ਹੁਣ ਇਉਂ ਚੱਲਦਾ ਆ ਰਿਹਾ ਵੀ ਅਸੀਂ ਸੁਨਾਰੇ ਹਾਂ ਜਾਤ ਦੇ, ਤੇ ਆਪਾਂ ਆਮ ਵੀ ਗੱਲ ਸੁਣਦੇ ਹਾਂ ਵੀ ਸੁਨਾਰੇ ਹੈ ਜਿਹੜੇ ਕਿਸੇ ਦੇ ਸਕੇ ਨਹੀਂ ਹੁੰਦੇ, ਵੀ ਉਹ ਟਾਂਕਾ ਲਾਏ ਬਿਨਾਂ ਹਟਦੇ ਹੀ ਨਹੀਂ। ਇੱਥੇ ਭਾਈ ਬੌੜੇ ਨੇ ਬੇਨਤੀ ਕੀਤੀ, ਮਹਾਰਾਜ ਵੀ ਮੈਂ ਵੀ ਕੁੰਡੀ ਲਾਉਂਦਾ, ਮੇਰਾ ਪਿਤਾ ਵੀ ਕੁੰਡੀ ਲਾਉਂਦਾ ਸੀ ਪਹਿਲੋਂ, ਉਹਦਾ ਪਿਤਾ ਵੀ ਲਾਉਂਦਾ ਸੀ, ਅੱਗੇ ਉਹਦਾ ਪਿਤਾ ਵੀ, ਇਹ ਤਾਂ ਸਾਡੀ ਪੀੜ੍ਹੀ ਦੇ ਵਿੱਚ ਹੀ ਕੰਮ ਚੱਲਿਆ ਆ ਰਿਹਾ ਤੇ ਇਹਦੇ ਵਿੱਚ ਮੈਨੂੰ ਨਹੀਂ ਪਤਾ ਵੀ ਕਿੱਡਾ ਕੁ ਵੱਡਾ ਧਰਮ ਹੈ ਤੇ ਕਿੱਡਾ ਕੁ ਵੱਡਾ ਪੁੰਨ ਹੈ। ਮਹਾਪਤਿਤ ਮੈਂ ਆਇਓ ਸ਼ਰਨੀ, ਰਹਿਓ ਨ ਗਿਓ ਕ੍ਰਿਤ ਨਿਜ ਬਰਨੀ। ਮਹਾਰਾਜ ਮੈਂ ਬਹੁਤ ਵੱਡਾ ਪਾਪੀ ਤੇ ਅਪਵਿੱਤਰ ਹਾਂ ਤੇ ਤੁਹਾਡੀ ਸ਼ਰਨ ਵਿੱਚ ਆਇਆ। ਹੁਣ ਮੈਂ ਤੁਹਾਡੇ ਤਾਂ ਹੀ ਕੁਛ ਲੁਕੋ ਕੇ ਨਹੀਂ ਰੱਖਿਆ, ਮੈਂ ਆਪਣੇ ਬਾਰੇ ਸਾਰਾ ਕੁਝ ਦੱਸਤਾ, ਕਿਉਂਕਿ ਸਤਿਗੁਰੂ ਜੀ ਨੇ ਪੁੱਛਿਆ ਸੀ ਨਾ ਭਾਈ ਵੀ ਕੀ ਕੰਮਕਾਰ ਕਰਦਾ ਹੈ, ਕਿਵੇਂ ਪੇਟ ਦੀ ਪੂਰਤੀ ਆਪਣੇ ਦੀ ਤੇ ਪਰਿਵਾਰ ਦੀ ਕਰਦਾ, ਉਪਜੀਵਕਾ ਕਿਵੇਂ ਚਲਾਉਂਦਾ। ਹੁਣ ਸਤਿਗੁਰੂ ਜੀ ਨੇ ਪੁੱਛਿਆ ਤੇ ਸੱਚੋ ਸੱਚ ਦੱਸਤਾ। ਜੇ ਤੇ ਹੁੰਦਾ ਸਾਡੇ ਵਰਗਾ ਤੇ ਦੱਸਣੇ ਕੋਈ ਨਹੀਂ ਸੀ, ਜਿਗਰੇ ਵਾਲਾ ਸੀ ਨਾ ਭਾਈ ਬੌੜਾ, ਉਹਨੇ ਜਿਗਰਾ ਕੀਤਾ ਤੇ ਸਤਿਗੁਰੂ ਜੀ ਨੂੰ ਸੱਚੋ ਸੱਚ ਦੱਸਤਾ। ਅਸੀਂ ਤਾਂ ਲੁਕਾਉਂਦੇ ਆ ਨਾ ਗੁਰੂ ਤਾਂ ਹੀ, ਭਾਵੇਂ ਕਿ ਸਤਿਗੁਰੂ ਨੂੰ ਸਾਡੇ ਸਾਰੇ ਕਰਮ ਦੇ ਬਾਰੇ ਪਤਾ ਹੈ। ਆਪਾਂ ਬਾਣੀ 'ਚ ਵਚਨ ਪੜ੍ਹਦੇ ਹਾਂ ਨਾ ਕਿ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛੁਪਾਵੈ, ਵੀ ਭਲਿਆ ਤੂੰ ਕੀ ਤੋਂ ਛੁਪਾ ਰਿਹਾ, ਵੀ ਤੈਨੂੰ ਅੱਗੋਂ ਵੀ ਪਰਮੇਸ਼ਰ ਦੇਖ ਰਿਹਾ, ਪਿੱਛੋਂ ਵੀ ਦੇਖ ਰਿਹਾ। ਤੇ ਮਹਾਰਾਜ ਬਾਣੀ ਵਿੱਚ ਸਾਨੂੰ ਇਸੇ ਲਈ ਪ੍ਰੇਰਨਾ ਕਰਦੇ ਹੈ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਭੈ ਆਣ ਲੁਟਾਵੈ। ਪਰ ਅੱਗੇ ਬਚਨ ਕੀਤੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜਾ। ਅੰਤ ਨੂੰ ਤੇਰੀ ਜਿੰਦ ਤੋਂ ਹੀ ਪੁੱਛਿਆ ਜਾਏਗਾ, ਇਹ ਤਾਂ ਇੱਥੋਂ ਹਿਸਾਬ ਲਿਆ ਜਾਏਗਾ। ਤੇ ਇਉਂ ਸਤਿਗੁਰੂ ਦੇਵ ਜੀ ਦੇ ਤਾਂ ਹੀ ਹੁਣ ਬੌੜੇ ਨੇ ਜਿਗਰਾ ਕੀਤਾ ਤੇ ਸੱਚੀ ਗੱਲ ਦੱਸਤੀ ਕਿ ਮਹਾਰਾਜ ਮੈਂ ਤੇ ਤੁਹਾਡੀ ਸ਼ਰਨ ਵਿੱਚ ਆਇਆ, ਆਹ ਮੇਰਾ ਕੰਮ ਕਾਜ ਹੈ, ਹੁਣ ਤੁਸੀਂ ਰੱਖੋ ਤੇ ਭਾਵੇਂ ਮਾਰੋ। ਕੂਰ ਹਜੂਰ ਨਹੀਂ ਮੈਂ ਕਹਿਓ, ਇਹੋ ਪ੍ਰਤਾਪ ਰਾਵਰ ਕੋ ਲਹਿਓ। ਮਹਾਰਾਜ ਮੈਂ ਤੁਹਾਡੇ ਦਾ ਹੀ ਕੋਈ ਝੂਠ ਨਹੀਂ ਕਿਹਾ, ਮੈਂ ਸੱਚੋ ਸੱਚ ਤੁਹਾਡੀ ਹਜ਼ੂਰੀ ਵਿੱਚ ਆਖਿਆ। ਤੇ ਮਹਾਰਾਜ ਮੈਂ ਆਪ ਜੀ ਦੇ ਪ੍ਰਤਾਪ ਦੇ ਨਾਲ ਹੀ ਕਹੀ ਹੈ ਗੱਲ, ਵੀ ਮੇਰੇ ਵਿੱਚ ਨਹੀਂ ਸੀ ਹਿੰਮਤ ਇਹ ਸੱਚ ਬਿਆਨ ਕਰਨ ਦੀ, ਇਹ ਤਾਂ ਤੁਸੀਂ ਮੈਨੂੰ ਤਾਕਤ ਬਖਸ਼ਤੀ ਤੇ ਮੈਂ ਸੱਚੋ ਸੱਚ ਜਿਹੜੀ ਗੱਲ ਸੀ ਉਹ ਤੁਹਾਡੇ ਚਰਨਾਂ ਵਿੱਚ ਆਖ ਦਿੱਤੀ। ਨਾਮ ਗਰੀਬ ਨਵਾਜ ਤੁਮਾਰਾ, ਪਤਿਤ ਉਦਾਹਰਣ ਬਿਰਧ ਉਦਾਰਾ। ਮਹਾਰਾਜ ਤੁਹਾਡਾ ਨਾਮ ਗਰੀਬ ਨਵਾਜ ਹੈ, ਤੁਸੀਂ ਜੀਵਾਂ ਦਾ ਉਧਾਰ ਕਰਨ ਵਾਲੇ ਹੋ, ਨੀਚ ਲੋਕਾਂ ਦਾ ਕਲਿਆਣ ਕਰਨ ਵਾਲੇ ਹੋ। ਮੈਂ ਮੰਦ ਕਰਮੀ ਹਾਂ ਪਰ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਜਬ ਹੋ ਬਹੁੜੇ ਸਾਚੀ ਕਹੀ, ਸ਼੍ਰੀ ਅਰਜਨ ਜੀ ਸਭ ਉਰ ਲਹੀ। ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਸੱਚੀ ਉਹ ਸੱਚ ਗੱਲ ਸੁਣ ਲਈ ਨਾ ਭਾਈ ਬੌੜੇ ਦੀ, ਤੇ ਭਾਈ ਬੌੜੇ ਨੇ ਵੀ ਮਹਾਰਾਜ ਨੂੰ ਸੱਚੋ ਸੱਚ ਆਪਣੀ ਵਿਥਿਆ ਸੁਣਾ ਦਿੱਤੀ। ਕਿਰਪਾ ਕਰੀ ਉਪਦੇਸ਼ ਬਤਾਵਾ, ਕਹਾਂ ਕੂਰ ਮਹਿ ਤੂ ਲਪਟਾਵਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਉਹਨੂੰ ਉਪਦੇਸ਼ ਦਿੱਤਾ, ਭਲਿਆ ਤੂੰ ਕਿੱਥੇ ਝੂਠ ਦੇ ਧੰਦੇ ਵਿੱਚ ਫਸਿਆ ਫਿਰਦਾ ਹੈ। ਮਹਾਰਾਜ ਕਹਿਣ ਲੱਗੇ, ਬੌੜੇ ਇਹ ਤੂੰ ਇਹ ਕੂੜੇ ਕੰਮਾਂ ਦੇ ਵਿੱਚ ਕਿਉਂ ਰੁੱਝਿਆ ਹੋਇਆ ਹੈ। ਕਰ ਕਰ ਅਗ ਕੋ ਸੰਚ ਹੈ ਬ੍ਰਿੰਦ, ਅੰਤ ਕਾਲ ਜਮ ਫਾਸ ਬਿਲੰਦ। ਮਹਾਰਾਜ ਕਹਿਣ ਲੱਗੇ, ਭਲਿਆ ਕਾਹਦੇ ਆ ਹੁਣ ਚੋਰੀਆਂ ਕਰ ਕਰਕੇ ਪਾਪ ਕਰ ਕਰਕੇ ਕੁੰਡੀਆਂ ਲਾ ਲਾ ਕੇ ਖਜ਼ਾਨੇ ਭਰ ਰਹੇ ਹੈ,
ਅੰਤ ਸਮੇਂ ਇਹਨੇ ਤੇਰਾ ਬਹੁਤ ਨੁਕਸਾਨ ਕਰਨਾ ਹੈ, ਤੇ ਅੰਤ ਨੂੰ ਤੇਰੇ ਤਾਂ ਇਹ ਕੀਤੇ ਹੋਏ ਜਿਹੜੇ ਕਰਮ ਹੈ ਨਾ ਜਮਾਂ ਦੀਆਂ ਫਾਹੀਆਂ ਬਣ ਜਾਣਗੇ। ਤੇ ਤੂੰ ਇਹ ਕੰਮ ਕਿਉਂ ਕਰ ਰਿਹਾ ਹੈ? ਹੁਣ ਤੂੰ ਇਹ ਪਾਪ ਦਾ ਜਿਹੜਾ ਕਰਮ ਹੈ ਨਾ ਇਹਦੇ ਤਾਈਂ ਤਿਆਗਣਾ ਕਰ, ਕਿਉਂਕਿ ਮਹਾਰਾਜ ਬਾਣੀ 'ਚ ਸਮਝਾਉਂਦੇ ਆ ਨਾ ਕਿ ਸਾਡੇ ਸਾਰੇ ਕਰਮ ਵਾਚੇ ਜਾਣੇ ਹੈ ਜਿਹੜੇ ਅਸੀਂ ਕਰ ਰਹੇ ਹਾਂ। ਅੱਗੇ ਕਰਨੀ ਕੀਰਤ ਵਾਚੀ ਹੈ, ਬੈ ਲੇਖਾ ਕਰ ਸਮਝਾਇਆ, ਥਾਓ ਨਾ ਪਾਉਂਦੀ ਕੂੜਿਆਰ। ਫਿਰ ਕੂੜਿਆਂ ਨੂੰ ਉੱਥੇ ਥਾਂ ਕੋਈ ਨਹੀਂ ਮਿਲਦੀ। ਇਸੇ ਲਈ ਮਹਾਰਾਜ ਸਾਨੂੰ ਪ੍ਰੇਰਨਾ ਕਰਦੇ ਹੈ, ਭਾਈ ਤੂੰ ਆਪਣੇ ਤਾਈਂ ਸੱਚਾ ਸੁੱਚਾ ਜੀਵਨ ਜਿਉਣਾ ਕਰ। ਪਰ ਖਾਲਸਾ ਜੀ ਅੱਜ ਦੇ ਇਹ ਸਮੇਂ ਵਿੱਚ ਸੱਚਾ ਸੁੱਚਾ ਜੀਵਨ ਜਿਉਣਾ ਬਹੁਤ ਔਖਾ ਕੰਮ ਹੈ। ਇਹ ਤੇ ਗੁਰੂ ਆਪਣੀ ਦਇਆ ਕਰੇ ਸੱਚਾ ਪਾਤਸ਼ਾਹ ਫਿਰ ਸੰਭਵ ਹੈ। ਆਪਣੇ ਬਲ ਦੇ ਨਾਲ ਇਹ ਕਰਮ ਨਹੀਂ ਹੋ ਸਕਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਨਾ ਕੀਤੀ ਭਾਈ ਬੌੜੇ ਨੂੰ ਵੀ ਤੂੰ ਸੱਚਾ ਸੁੱਚਾ ਜੀਵਨ ਜਿਉਣਾ ਕਰ। ਤੂੰ ਇਹ ਕਾਹਤੇ ਹੁਣ ਪਾਪਾਂ ਦੇ ਖੇਤ ਬੀਜ ਰਿਹਾ ਹੈ, ਕਿਉਂਕਿ ਇਹ ਪਾਪਾਂ ਦੇ ਖੇਤ ਤੈਨੂੰ ਜਮਾਂ ਦੀਆਂ ਫਾਹੀਆਂ ਦੇ ਵਿੱਚ ਫਸਾ ਦੇਣਗੇ। ਤੇ ਇਸੇ ਲਈ ਸਤਿਗੁਰਦੇਵ ਸਾਨੂੰ ਸਮਝਾਉਂਦੇ ਕਿ ਆਪਣੇ ਤਾਈਂ ਜਿਹੜੇ ਜੀਵ ਪੁੰਨ ਕਰਮ ਬੀਜਦੇ ਹੈ ਨਾ, ਹੁਣ ਉਹ ਸਾਰੇ ਧਰਮ ਰਾਜੇ ਦੇ ਤਾਈਂ ਜਾਂਦੇ ਹੈ। ਹੁਣ ਆਪਣੇ ਤਾਈਂ ਸਤਿਗੁਰਦੇਵ ਸਾਨੂੰ ਸਮਝਾਉਂਦੇ ਹੈ ਕਿ ਭਲਿਆ ਹੁਣ ਤੂੰ ਆਪਣੇ ਤਾਈਂ ਆਪਣੀ ਖੇਤੀ ਰੱਖ ਲੈ, ਪੂੰਜ ਪੜੇਗੀ ਖੇਤ। ਵੀ ਤੂੰ ਆਪਣੇ ਹੁਣ ਕਰਮਾਂ ਰੂਪੀ ਖੇਤੀ ਨੂੰ ਠੀਕ ਰੱਖਣਾ ਕਰ, ਠੀਕ ਬੀਜ ਬੀਜਣਾ ਕਰ। ਕੋਟ ਜਨਮ ਦੁਖ ਸਹਿ ਕਨੇਰੇ, ਕੌਣ ਸਹਾਏ ਹੋਏ ਤਿਸ ਬੇਰੇ। ਆ ਕਰੋੜਾਂ ਜਨਮਾਂ ਤੱਕ ਡਾਢੇ ਦੁੱਖ ਸਹਾਰੇਗਾ ਜੀਵ ਜਿਹੜਾ ਇਹ ਮਾੜੇ ਕੰਮ ਕਰਦਾ ਹੈ। ਉਸ ਵੇਲੇ ਕੋਈ ਕਿਸੇ ਦੀ ਸਹਾਇਤਾ ਨਹੀਂ ਕਰਦਾ, ਕੇਵਲ ਇੱਕ ਪਰਮੇਸ਼ਰ ਦਾ ਨਾਮ ਹੀ ਸਹਾਇਤਾ ਕਰਦਾ। ਹੁਣ ਪੁੰਨ ਦਾਨ ਜੋ ਬੀਜਦੇ ਸੇ ਧਰਮ ਰਾਜ ਕੇ ਜਾਹੀਂ। ਫਿਰ ਜਿਹੜੇ ਪੁੰਨ ਦਾਨ ਬੀਜੇ ਹੋਣਗੇ ਨਾ ਉਹਨਾਂ ਨੂੰ ਵੇਖ ਕੇ ਧਰਮ ਰਾਜ ਨੇ ਫਿਰ ਸਾਡੀ ਮਦਦ ਕਰਨੀ ਹੈ, ਅਦਰਵਾਈਜ਼ ਸਾਡੀ ਮਰਾਦ ਨਹੀਂ ਕਰਨੀ। ਇਹ ਸਾਡੇ ਕਰਮ ਹੀ ਫਿਰ ਸਾਡੇ ਦੁਸ਼ਮਣ ਬਣ ਜਾਣਗੇ। ਇਸੇ ਲਈ ਸਤਿਗੁਰਦੇਵ ਸਮਝਾਉਂਦੇ ਵੀ ਕਰੋੜਾਂ ਜਨਮ ਲੱਗ ਜਾਣਗੇ ਫਿਰ ਇਹ ਕਰਮਾਂ ਦੇ ਨਿਵੇੜੇ ਹੋਣ ਤੇ ਸਾਨੂੰ ਇਸੇ ਲਈ ਮਹਾਰਾਜ ਸਮਝਾਉਂਦੇ ਹੈ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਵ ਜਲ ਫਿਰ। ਮਹਾਰਾਜ ਹੁਣ ਸਾਨੂੰ ਤੁਸੀਂ ਬਖਸ਼ ਲੈਣਾ ਕੋ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਹੁਣ ਅਸੀਂ ਤੁਹਾਡੇ ਦਰ 'ਤੇ ਆਏ ਹਾਂ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ। ਮਹਾਰਾਜ ਆਪਣੇ ਜਾਣ ਕੇ ਸਾਨੂੰ ਰੱਖ ਲਵੋ। ਇਉਂ ਸਤਿਗੁਰ ਦੇ ਭਾਈ ਬੌੜੇ ਨੂੰ ਗਿਆਨ ਦਾ ਉਪਦੇਸ਼ ਦੇ ਰਹੇ ਹੈ ਕਿ ਜੇ ਚੰਗੇ ਕਰਮ ਕੀਤੇ ਹੋਣਗੇ ਤਾਂ ਛੁੱਟ ਜਾਏਗਾ ਸੱਜਣਾ, ਨਹੀਂ ਤੇ ਆ ਮਾੜੇ ਕਰਮਾਂ ਦੇ ਜਿਹੜੇ ਹੁਣ ਬੀਜ ਰਹੇ ਹੈ ਇਹਨਾਂ ਨੇ ਤੇਰਾ ਕਰੋੜਾਂ ਜਨਮ ਖੜਾ ਨਹੀਂ ਛੱਡਣਾ। ਆਪਰ ਤਿਆਗ ਕਰ ਜਾਵਹਿ ਭੋਰੇ, ਕਰੇ ਕਰਮ ਹੋਵਹਿ ਸੰਗ ਤੋਰੇ। ਹਾਂ ਹੇ ਭਲੇ ਮਨੁੱਖ, ਹੋਰ ਦੂਸਰੇ ਸਾਰੇ ਤੈਨੂੰ ਛੱਡ ਜਾਣਗੇ, ਕੇਵਲ ਤੇਰੇ ਕੀਤੇ ਕਰਮ ਹੀ ਤੇਰੇ ਨਾਲ ਜਾਣਗੇ। ਇਸੇ ਲਈ ਮਹਾਰਾਜ ਸਾਨੂੰ ਪ੍ਰੇਰਨਾ ਕਰਦੇ ਹੈ ਕਿ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਏ ਉਧਾਰੀ। ਹੁਣ ਮਹਾਰਾਜ ਕਹਿਣ ਲੱਗੇ ਉੱਥੇ ਕੇਵਲ ਤੇ ਕੇਵਲ ਇੱਕ ਨਾਮ ਨੇ ਹੀ ਸਹਾਇਤਾ ਕਰਨੀ ਹੈ। ਕਿਉਂ? ਕਿਉਂਕਿ ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਉਹ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਤਿਲ ਜਿੰਨੀ ਗੱਲ ਨਹੀਂ ਉੱਥੇ ਚੱਲਦੀ। ਸੋ ਫਲ ਦਏ ਬਿਨਾ ਨਾ ਬਿਨਾਸੈ, ਕਰੇ ਕੋ ਕਰਮ ਤੋਹੇ ਕੋ ਗ੍ਰਾਸੈ। ਹਾਂ ਉਹ ਫਿਰ ਜਿਹੜਾ ਹੁਣ ਚੰਗਾ ਮਾੜਾ ਤੈਨੂੰ ਕੀਤੇ ਕਰਮਾਂ ਦਾ ਫਲ ਦੇਣਗੇ, ਉਹ ਫਲ ਭੋਗਣ ਤੋਂ ਬਿਨਾਂ ਖੜਾ ਨਹੀਂ ਛੁੱਟਣਾ। ਜਿਹੜੇ ਤੇਰੇ ਦੁਆਰਾ ਹੁਣ ਇਹ ਪਾਪ ਕਰਮ ਕੀਤੇ ਜਾ ਰਹੇ ਤੈਨੂੰ ਫਸਾ ਦੇਣਗੇ। ਰਹਿ ਕਾਂਕੀ ਸੰਕਟ ਪਾਵੈ, ਪਛਤਾਵਹਿ ਸਿਰ ਧੁਨ ਬਿਲ ਪਾਵੈ। ਹਾਂ ਤੂੰ ਇਕੱਲਾ ਹੀ ਰਹਿ ਜਾਏਗਾ ਤੇ ਭਾਰੀ ਸਜ਼ਾ ਪਾਏਗਾ, ਫਿਰ ਤੈਨੂੰ ਪਛਤਾਉਣਾ ਪਏਗਾ ਤੇ ਸਿਰ ਸੁੱਟ ਕੇ ਫਿਰ ਤੂੰ ਰੋਵੇਂਗਾ। ਫਿਰ ਆਪਣੇ ਤਾਈਂ ਤੇਰੀ ਉੱਥੇ ਕਿਸੇ ਬਾਤ ਨਹੀਂ ਪੁੱਛਣੀ। ਜਾਂ ਤੇ ਸਤਨਾਮ ਕਰਤਾਰ, ਸਿਮਰੋ ਨਿਸ ਦਿਨ ਹੋਏ ਉਧਾਰ। ਹਾਂ ਤਾਂ ਇਸ ਕਰਕੇ ਤੂੰ ਸਤਨਾਮ ਵਾਹਿਗੁਰੂ ਦਾ ਨਾਮ ਦਿਨ ਰਾਤ ਜਪਿਆ ਕਰ, ਇਹਦੇ ਨਾਲ ਹੀ ਤੇਰੀ ਖਲਾਸੀ ਹੋਣੀ ਹੈ, ਤੇਰਾ ਕਲਿਆਣ ਹੋਣਾ ਹੈ। ਤਿਆਗੋ ਜਗ ਸੰਸਾਰ ਜੋ ਗ੍ਰਸਿਓ,
ਜਿਮ ਝੱਖ ਤੋਰ ਹੈ ਜਾਰ ਜੋ ਫਸਿਓ। ਹਾਂ, ਜੋ ਤੂੰ ਜਗਤ ਦੇ ਜੰਜਾਲਾਂ ਵਿੱਚ ਫਸਿਆ ਹੋਇਆ ਹੈ, ਇਹਨਾਂ ਨੂੰ ਤਿਆਗ ਦੇ। ਇਹ ਜਾਲ ਵਿੱਚ ਨਹੀਂ ਤਾਂ ਤੂੰ ਇਉਂ ਫਸਿਆ ਰਹੇਗਾ ਜਿਵੇਂ ਮੱਛ ਜਾਲ ਵਿੱਚ ਫਸਿਆ ਰਹਿੰਦਾ ਹੈ, ਤੇ ਜਿੰਨਾ ਚਿਰ ਉਹਦੇ ਤਾਈਂ ਟੁੱਟਦਾ ਨਹੀਂ ਤੇ ਉਨਾ ਚਿਰ ਉਹ ਨਿਕਲ ਨਹੀਂ ਸਕਦਾ। ਤੂੰ ਇਹ ਮਾੜੇ ਕਰਮਾਂ ਦੇ ਜਾਲ ਚੋਂ ਆਪਣੇ ਆਪ ਨੂੰ ਕੱਢ ਲੈਣਾ ਕਰ। ਸੁਖਕਾਰੀ ਹਰ ਨਾਮ ਸੰਭਾਰੋ, ਕਾਰਨ ਕੋ ਕਰਮ ਬ੍ਰਿਤੀ ਹਟਕਾਰੋ। ਹਾਂ, ਜਿਹੜਾ ਸੁੱਖਾਂ ਦਾ ਦਾਤਾ ਵਾਹਿਗੁਰੂ ਦਾ ਨਾਮ ਹੈ ਉਹਨੂੰ ਸਿਮਰਨਾ ਕਰ, ਤੇ ਖੋਟੇ ਕਰਮ ਹੈ ਜਿਹੜੇ ਆਪਣੇ ਤਾਈਂ ਟਿਕਾਏ ਹੋਏ ਅੰਦਰ, ਉਹਨਾਂ ਦਾ ਤਿਆਗ ਕਰ। ਸਤ ਸੰਗਤ ਮਹਿ ਬੈਸ ਗੁਜਾਰੋ, ਧਰਮ ਜੀਵਕਾ ਮਹਿ ਚਿਤ ਧਾਰੋ। ਆਦੇ ਸਤ ਸੰਗਤ ਕਰਿਆ ਕਰ, ਤੇ ਆਪਣੇ ਤੇ ਧਰਮ ਦੀ ਕਮਾਈ ਨਾਲ ਆਪਣਾ ਹੁਣ ਨਿਰਵਾਹ ਕਰਿਆ ਕਰ। ਹੁਣ ਸਤਿਗੁਰ ਕੇ ਬਾਕ ਰਸੀਲੇ, ਬ੍ਰਿੰਦ ਬੇਕਾਰਨ ਧਰਮ ਕਟੀਲੇ। ਇਉਂ ਸਤਿਗੁਰੂ ਜੀ ਦੇ ਪਵਿੱਤਰ ਜਦੋਂ ਬਚਨ ਸੁਣੇ ਨਾ, ਬਹੁਤ ਰਸ ਭੀਨੇ ਰਸੀਲੇ, ਤੇ ਸਾਰੇ ਵਿਕਾਰਾਂ ਨੂੰ ਹੁਣ ਜਿਹੜੇ ਚੰਗੀ ਤਰ੍ਹਾਂ ਕੱਟ ਦੇਣ ਵਾਲੇ ਸੀ। ਭਾਗ ਵੱਡੇ ਮਸਤਕ ਜਿਸ ਜਾਗੇ, ਵਾਹਿਗੁਰੂ ਤੀਖਨ ਤੀਰ ਸਮਾਨ ਸੁਲਾਗੇ। ਵੱਡੇ ਭਾਗ ਜਾਗੇ ਆ ਭਾਈ ਬੌੜੇ ਦੀ, ਕਿੱਡੀ ਕਿਰਪਾ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ। ਖਾਲਸਾ ਜੀ, ਕਿੰਨੀਆਂ ਗੰਮੀ ਪ੍ਰੇਰਨਾ ਸਾਨੂੰ ਕਲਯੁਗੀ ਜੀਵਾਂ ਨੂੰ ਮਿਲ ਰਹੀ ਹੈ ਇਸ ਪ੍ਰਸੰਗ ਵਿੱਚੋਂ। ਵੱਡੇ ਭਾਗ ਜਾਗੇ ਆ, ਸਤਿਗੁਰੂ ਜੀ ਦੇ ਬਚਨਾਂ ਨੇ ਹਿਰਦੇ ਰੂਪੀ ਘਰ ਨੂੰ ਬਿੰਨ ਦਿੱਤਾ ਹੈ। ਹੁਣ ਇਹ ਬਚਨ ਸਤਿਗੁਰੂ ਜੀ ਦੇ ਤੀਰ ਦੇ ਸਮਾਨ ਲੱਗੇ ਹੈ। ਗਦ ਗਦ ਭਾ ਸੁਧ ਸਰਬ ਵਿਸਾਰੀ, ਪ੍ਰੇਮ ਮਹਾ ਆਸ਼ਰ ਨਿਕੋ ਡਾਰੀ। ਤੇ ਸਤਿਗੁਰੂ ਜੀ ਦੇ ਬਚਨ ਸੁਣ ਕੇ ਹਿਰਦਾ ਗਦ ਗਦ ਹੋ ਉਠਿਆ, ਸਾਰੀ ਸੁੱਧ ਬੁੱਧ ਵਿਸਰ ਗਈ। ਵੱਡੇ ਪ੍ਰੇਮ ਦੇ ਵਸ ਉਹ ਅੱਖਾਂ ਦੇ ਵਿੱਚੋਂ ਅਥਰੂ ਆਉਣ ਲੱਗੇ ਆ। ਹੁਣ ਜਾਗ ਲੱਗ ਗਈ ਹੈ ਸਤਿਗੁਰੂ ਜੀ ਦੇ ਬਚਨ ਸੁਣ ਕੇ। ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਆ ਨਾ, ਕਬੀਰ ਸਤਿਗੁਰ ਸੂਰਮੇ ਵਾਹਿਆ ਵਾਣ ਜੂ ਏਕ, ਲਾਗਤੀ ਕੋਈ ਗਿਰ ਭਰਿਆ ਪਰਾ ਕਰੇ ਜੇ ਛੇ। ਸਤਿਗੁਰੂ ਜੀ ਦੇ ਬਚਨ ਬਿੰਨ ਕੇ ਰੱਖ ਗਏ ਭਾਈ ਬੌੜੇ ਨੂੰ, ਤਾਂ ਭਾਈ ਬੌੜਾ ਜੀ ਜਾਰੋ ਜਾਰ ਅੱਖਾਂ ਵਿੱਚੋਂ ਅਥਰੂ ਕੇਰਨ ਲੱਗੇ ਹੈ। ਆਪਣੇ ਅੰਦਰ ਦੀ ਮੈਲ ਦਾ ਜਿਹੜਾ ਗੁਬਾਰ ਹੈ ਨਾ, ਉਹਨੂੰ ਧੋਣ ਲੱਗੇ ਹੈ। ਪ੍ਰਥਮ ਕੋ ਕਰਮਨ ਕੋ ਪਛਤਾਵਤ, ਗੁਰ ਕੋ ਬਚਨ ਹਿਰਦੈ ਪੁਨ ਭਾਵਤ। ਤੇ ਪਿਛਲੇ ਕੀਤੇ ਕਰਮਾਂ ਤੇ ਪਛਤਾਤਾਪ ਹੋ ਰਿਹਾ। ਮਹਾਰਾਜ ਜੀ ਦੇ ਬਚਨ ਮਨ ਨੂੰ ਬਹੁਤ ਭਾਗੇ, ਬੜੇ ਚੰਗੇ ਲੱਗੇ ਹੈ। ਲੱਗਿਓ ਸੇਵ ਕਰਬ ਸਤਿਗੁਰ ਕੀ, ਬਾਧਿਓ ਪ੍ਰੇਮ ਸ਼ਰਧਾ ਧਾਰੇ ਉਰ। ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੀ ਸੇਵਾ ਦੇ ਕੰਮ ਵਿੱਚ ਲੱਗ ਗਿਆ, ਜੁਟ ਗਿਆ। ਮਨ ਵਿੱਚ ਸ਼ਰਧਾ ਧਾਰ ਕੇ ਉਹਨੇ ਹੁਣ ਅੰਦਰ ਦਾ ਜਿਹੜਾ ਪ੍ਰੇਮ ਸੀ ਉਹਨੂੰ ਹੋਰ ਪਰਵਲ ਕਰ ਲੈਣਾ ਕੀਤਾ। ਕੇਤਕ ਦਿਵਸ ਮਹਿ ਤਿਸ ਕੋ ਹੀਰਾ, ਕਰਿਓ ਨਿਕੰਦਨ ਮੋਹ ਬਡੇਰਾ। ਕਿੰਨੇ ਦਿਨਾਂ ਬਾਅਦ ਮਹਾਰਾਜ ਹੁਣ ਰੋਜ਼ ਵੇਖਦੇ ਤੇ ਵੇਖਦੇ ਆ, ਕਈ ਦਿਨ ਜਦੋਂ ਲੰਘ ਗਏ ਤੇ ਉਹਦੇ ਅੰਦਰੋਂ ਬੜੇ ਮੋਹ ਮਮਤਾ ਦੀ ਜਿਹੜੀ ਭੈੜੀ ਹੁਣ ਕਾਲਖ ਲੱਗੀ ਹੋਈ ਸੀ, ਉਹ ਦੂਰ ਹੋਣੀ ਸ਼ੁਰੂ ਹੋਈ ਹੈ। ਕਿਰਪਾ ਦ੍ਰਿਸ਼ਟ ਕਰ ਬਖਸ਼ਿਓ ਨਾਮ, ਜਿਸ ਤੇ ਭਏ ਸੰਪੂਰਨ ਕਾਮ। ਫਿਰ ਜਦੋਂ ਕਈ ਦਿਨ ਸੇਵਾ ਕਰਦੇ ਲੰਘ ਗਏ ਨਾ, ਫਿਰ ਮਹਾਰਾਜ ਨੇ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਿਆ ਭਾਈ ਬੌੜੇ ਨੂੰ, ਤੇ ਫਿਰ ਸਤਿਗੁਰੂ ਜੀ ਨੂੰ ਨਾਮ ਦਾ ਉਪਦੇਸ਼ ਦ੍ਰਿੜ ਕਰਵਾਇਆ। ਜਦੋਂ ਮਹਾਰਾਜ ਨੇ ਦੇਖਿਆ ਵੀ ਹੁਣ ਇਹ ਨਾਮ ਦੀ ਯੋਗ ਹੋ ਗਿਆ, ਔਰ ਉਦੋਂ ਮਹਾਰਾਜ ਨੇ ਨਾਮ ਦ੍ਰਿੜ ਕਰਵਾਇਆ, ਜਿਹਦੇ ਨਾਮ ਨਾਲ ਸਾਡੇ ਜੀਵਨ ਦਾ ਭਲਾ ਤੇ ਕਰਮ ਸਵਰਨੇ ਹੈ। ਸਤਿਗੁਰ ਸ਼ਬਦ ਪ੍ਰੇਮ ਮੈਂ ਪਾਗਾ, ਜਨਮ ਜਨਮ ਕੋ ਸੋਇਓ ਜਾਗਾ। ਸਤਿਗੁਰੂ ਜੀ ਦੇ ਦਿੱਤੇ ਸ਼ਬਦ ਦੇ ਪ੍ਰੇਮ ਵਿੱਚ ਮਗਨ ਹੋ ਗਿਆ, ਜਿਹਦੇ ਨਾਲ ਹੁਣ ਜਨਮਾਂ ਜਨਮਾਂ ਦਾ ਸੋਇਆ ਹੋਇਆ ਮਨ, ਸੁੱਤਾ ਹੋਇਆ ਮਨ ਜਾਗ ਗਿਆ। ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਆ ਨਾ ਕਿ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ। ਉਹ ਗਫਲਤ ਦੀ ਨੀਂਦ ਵਿੱਚ ਉੱਠ ਗਿਆ ਤੇ ਉਹਦੀ ਹੁਣ ਜਾਗ ਖੁੱਲ੍ਹ ਗਈ ਹੈ। ਜਿਵੇਂ ਆਪਾਂ ਨੂੰ ਸਤਿਗੁਰੂ ਪ੍ਰੇਰਨਾ ਕਰਦੇ ਆ ਨਾ ਕਿ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹਿ। ਜਿਹੜੇ ਸੁਰਤ ਕਰਕੇ ਜਾਗ ਜਾਂਦੇ ਆ, ਉਹ ਨਾਮ ਰੂਪੀ ਵਸਤੂ ਦਾ ਵਣਜ ਕਰਨ ਵਿੱਚ ਸਫਲ ਹੋ ਜਾਇਆ ਕਰਦੇ ਹੈ। ਭਇਓ ਬਹੁੜਾ ਬਹੁਤ ਨਿਹਾਲ, ਵਾਹਿਗੁਰੂ ਨਿਕਟ ਬੁਲਾਇਓ ਗੁਰੂ ਕਿਰਪਾਲ। ਇਉਂ ਭਾਈ ਬੌੜਾ ਜੀ ਨਿਹਾਲ ਹੋ ਗਏ। ਕਿਰਪਾਲੂ ਸਤਿਗੁਰੂ ਜੀ ਨੇ ਫਿਰ ਆਪਣੇ ਕੋਲ ਇੱਕ ਦਿਨ ਬੁਲਾਉਣਾ ਕੀਤਾ। ਕਹਿਓ ਅਬਹ ਤੂੰ ਗ੍ਰਹਿ ਕੋ ਜਾਵੋ, ਔਰ ਆਨੰਦ ਕਰ ਹਰ ਗੁਣ ਗਾਵੋ। ਫਿਰ ਮਹਾਰਾਜ ਕਹਿਣ ਲੱਗੇ ਕਿ ਆਪਣੇ ਕੋਲ ਸੱਦ ਕੇ ਕਈ ਦਿਨਾਂ ਬਾਅਦ ਭਾਈ ਬੌੜੇ ਹੁਣ ਤੁਸੀਂ ਆਪਣੇ ਘਰੇ ਜਾਓ ਤੇ ਬੜੇ ਆਨੰਦ ਨਾਲ ਉੱਥੇ ਪ੍ਰਭੂ ਦੇ ਗੁਣ ਗਾਉਂਦੇ ਰਹੋ ਪਰਿਵਾਰ ਸਹਿਤ। ਕਾਲ ਬਿਤਾਵੋ ਮਿਲ ਸਤ ਸੰਗ, ਪ੍ਰੇਮਾ ਭਗਤ ਬਿਖੈ ਮਨ ਰੰਗ। ਸਤ ਸੰਗਤ ਵਿੱਚ ਮਿਲ ਕੇ ਸਮਾਂ ਬਤੀਤ ਕਰੋ
ਤੇ ਪ੍ਰੇਮਾ ਭਗਤੀ ਦੇ ਸਹਿਤ ਆਪਣੀ ਕਿਰਤਕਾਰ ਕਰਨੀ ਕਰੋ। ਕਰੀ ਬਹੁੜੇ ਪੁਨ ਅਰਦਾਸ, ਸ੍ਰੀ ਸਤਿਗੁਰ ਮੈਂ ਰਾਵ ਅਰਦਾਸ। ਹਾਂ, ਇਉਂ ਫਿਰ ਸਤਿਗੁਰੂ ਜੀ ਨੂੰ ਹੁਣ ਫਿਰ ਭਾਈ ਬੌੜਾ ਜੀ ਨੇ ਅੱਗੋਂ ਬੇਨਤੀ ਕੀਤੀ, ਇਹ ਸਤਿਗੁਰੂ ਦੇਵ ਜੀਓ, ਮੈਂ ਤਾਂ ਹੁਣ ਆਪ ਜੀ ਦਾ ਹੀ ਦਾਸ ਹਾਂ, ਤੁਹਾਡਾ ਹੀ ਸੇਵਕ ਹਾਂ। ਕੌਣ ਜੀਵ ਕਾ ਕੋ ਮੈਂ ਕਰੋ, ਜਿਸ ਤੇ ਭਵ ਜਲ ਦੁਸ਼ਟਰ ਤਰੋ। ਤੇ ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਦੱਸੋ ਵੀ ਮੈਂ ਹੁਣ ਜੀਵਨ ਦਾ ਨਿਰਵਾਹ ਕਿਵੇਂ ਕਰਾਂ, ਕਿਹੜਾ ਧੰਦਾ ਕਰਾਂ ਜਿਹਦੇ ਨਾਲ ਆ ਮੁਸ਼ਕਲ ਦੇ ਨਾਲ ਜਿਹੜਾ ਸੰਸਾਰ ਸਾਗਰ ਪਾਰ ਕਰਨਾ ਔਖਾ ਹੈ, ਉਹ ਵੀ ਮੇਰਾ ਜੀਵਨ ਦਾ ਪੰਧ ਵੀ ਸੁਹੇਲਾ ਬਣ ਜੇ, ਉਪਜੀਵਕਾ ਵੀ ਮੇਰੀ ਚੱਲਦੀ ਰਹੇ ਤੇ ਸੰਸਾਰ ਸਮੁੰਦਰ ਤੋਂ ਵੀ ਮੈਂ ਪਾਰ ਹੋ ਜਾਵਾਂ। ਜਿਸ ਮਹਿ ਦੋਸ਼ ਨਾ ਲਾਗੈ ਕੋਈ, ਅਬ ਰਾਵਰ ਆਗਿਆ ਦੇਹੁ ਧੋਈ। ਮਹਾਰਾਜ ਮੈਨੂੰ ਇਹੋ ਜਿਹੇ ਕੋਈ ਹੁਣ ਧੰਦੇ ਦੀ ਆਗਿਆ ਦਿਓ ਵੀ ਜਿਹੜੇ ਕਰਨ ਦੇ ਨਾਲ ਮੇਰਾ ਨਿਰਵਾਹ ਵੀ ਜੀਵਨ ਦਾ ਹੋ ਜਾਵੇ ਤੇ ਮੇਰੇ ਤਾਂ ਕੋਈ ਪਾਪ ਵੀ ਨਾ ਲੱਗੇ, ਵੀ ਮੇਰਾ ਜੀਵਨ ਵੀ ਬਣ ਜਾਏ, ਮੇਰਾ ਲੋਕ ਵੀ ਸੁਹੇਲਾ ਬਣ ਜਾਏ ਤੇ ਪਰਲੋਕ ਵੀ ਸਫਲ ਹੋ ਜਾਏ। ਸ੍ਰੀ ਅਰਜਨ ਸੁਨ ਗਿਰਾ ਉਚਾਰੀ, ਤਿਆਗੋ ਕੁਲ ਕੀ ਕਿਰਤ ਕੁਕਾਰੀ। ਧੰਨ ਗੁਰੂ ਅਰਜਨ ਦੇ ਮਹਾਰਾਜ ਆਖਣ ਲੱਗੇ ਭਾਈ ਬੌੜੇ ਨੂੰ ਵੀ ਤੁਸੀਂ ਨਾ ਆਪਣੇ ਦੇ ਤਿਆਗੋ ਕੁਲ ਕੀ ਕਿਰਤ ਕੁਕਾਰੀ, ਆ ਜਿਹੜੀ ਤੇਰੀ ਪਿਤਾ ਪੁਰਖੀ ਸੁਨਿਆਰਿਆਂ ਵਾਲੀ ਖੋਟੀ ਕਾਰ ਹੈ ਨਾ, ਇਹਨੂੰ ਛੱਡ ਦੇਣਾ ਕਰ, ਇਹਦਾ ਤਿਆਗ ਕਰ ਦੇ। ਮਮ ਹਿਤ ਗ੍ਰਹਿ ਮੈਂ ਲੰਗਰ ਕੀਜੈ, ਆਏ ਛੁਦਤ ਨੁਰ ਤਿਨ ਕੋ ਦੀਜੈ। ਸਤਿਗੁਰੂ ਕਹਿਣ ਲੱਗੇ ਮੇਰੇ ਪ੍ਰੇਮ ਸਦਕਾ ਆਪਣੇ ਘਰ ਵਿੱਚ ਹੁਣ ਲੰਗਰ ਤਿਆਰ ਕਰਿਆ ਕਰ ਤੇ ਆਉਣ ਵਾਲੀ ਸਿੱਖ ਸੰਗਤ ਨੂੰ ਭੁੱਖਿਆਂ ਨੂੰ ਛਕਾਇਆ ਕਰ। ਮਮ ਸਿੱਖੀ ਕੋ ਸਦਾ ਕਮਾਲੋ, ਵਾਹਿਗੁਰੂ ਤਨ ਤੇ ਹੰਤਾ ਬੁੱਧ ਉਠਾਵੋ। ਸਤਿਗੁਰੂ ਕਹਿਣ ਲੱਗੇ ਹੁਣ ਸਾਡੀ ਤੂੰ ਸਿੱਖੀ ਕਮਾਉਣਾ ਕਰ, ਤੂੰ ਸਿੱਖੀ ਦੀ ਕਮਾਈ ਕਰ ਤੇ ਆਪਣੇ ਤੇ ਨਾਲ ਕੀ ਕਰਨਾ, ਤਨ ਤੇ ਹੰਤਾ ਬੁੱਧ ਉਠਾਵਾਵੋ। ਸਰੀਰ ਵਿੱਚੋਂ ਜਿਹੜੀ ਹਉਮੈ ਹੈ ਤੇ ਹਉਮੈ ਵਾਲੀ ਜਿਹੜੀ ਬੁੱਧੀ ਹੈ ਮਲੀਨ, ਉਸ ਹਉਮੈ ਦਾ ਆਪਣੇ ਤਾਈਂ ਨਿਵਾਰਨ ਕਰ ਦੇਵੋ। ਸੁਖ ਦੁਖ ਮਹਿਮਾਨੋ ਪ੍ਰਭ ਭਾਣਾ, ਹਰੋ ਰਹੋ ਹਰਖ ਸੁਤ ਸਦਾ ਨਿਮਾਣਾ। ਹਾਂ, ਸੁੱਖ ਦੁੱਖ ਵਿੱਚ ਪ੍ਰਭੂ ਦੇ ਭਾਣੇ ਨੂੰ ਮੰਨੋ, ਸਦਾ ਹੀ ਨਿਮਾਣੇ ਹੋ ਕੇ ਖੁਸ਼ੀ ਦੇ ਸਹਿਤ ਜੀਵਨ ਜਿਉਵੋ। ਜਿਵੇਂ ਆਪਣੇ ਤਾਂ ਸਤਿਗੁਰਦੇਵ ਸਮਝਾਉਂਦੇ ਆ ਨਾ ਕਿ ਹੋ ਸਭਨ ਕੀ ਰੇਨਕਾ ਤੋਂ ਆਓ ਹਮਾਰੇ ਪਾਸ, ਇਹੋ ਜਿਹਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਭਾਈ ਬੌੜੇ ਨੂੰ ਜੀਵਨ ਸਫਲ ਕਰਨ ਦੇ ਲਈ। ਸੁਣ ਸਤਿਗੁਰ ਕੀ ਸੀਖ ਸੁਖਾਰੀ, ਗ੍ਰਹਿ ਗਮਨਿਓ ਕੀ ਨਸੇ ਉਰ ਧਾਰੀ। ਸਤਿਗੁਰੂ ਜੀ ਦੀ ਸੁੱਖਾਂ ਵਾਲੀ ਸਿੱਖਿਆ ਸੁਣ ਕੇ ਨਾ ਉਹਦੇ ਮਨ ਵਿੱਚ ਬਹੁਤ ਆਨੰਦ ਹੋਇਆ ਤੇ ਸਤਿਗੁਰੂ ਜੀ ਦੇ ਬਚਨ ਪੱਲੇ ਬੰਨ੍ਹ ਲਏ। ਹੁਣ ਆਪਣੇ ਤਾਂ ਹੀ ਮੈਂ ਸ਼ੀਕ ਗਾਂਠੜੀ ਬੰਨ੍ਹਦਾ। ਹੁਣ ਪੂਰੇ ਸਤਿਗੁਰੂ ਦੇ ਜਿਹੜੇ ਬਚਨ ਸੀ ਨਾ ਭਾਈ ਬੌੜਾ ਜੀ ਨੇ ਆਪਣੇ ਪੱਲੇ ਨਾਲ ਬੰਨ੍ਹ ਲੈਣਾ ਕੀਤੇ। ਸਦਾ ਆਨੰਦ ਬਿਲੰਦ ਨਿਮਗਨ, ਵਾਹਿਗੁਰੂ ਗੁਰ ਚਰਨਨ ਕੀ ਲਾਗੀ ਲਗਨ। ਹਾਂ, ਇਉਂ ਹੁਣ ਭਾਈ ਬੌੜਾ ਜੀ ਹਮੇਸ਼ਾ ਆਨੰਦ ਵਿੱਚ ਮਗਨ ਰਹਿੰਦੇ ਐ ਤੇ ਸਤਿਗੁਰੂ ਜੀ ਦੇ ਚਰਨਾਂ ਦਾ ਬੜਾ ਪ੍ਰੇਮ ਲੱਗਿਆ ਹੋਇਆ ਹੈ। ਭਾਵ ਇੱਕ ਰਸ ਜਿਹੜੀ ਬਿਰਤੀ ਹੈ ਉਹ ਗੁਰੂ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਦੋਹਰਾ ਏਸ ਬਿਦ ਜਿਤ ਕੋ ਜਾਤ ਹੈ, ਮਿਲੈ ਸੋ ਹੋਤ ਨਿਹਾਲ। ਆਨ ਬਿਰਾਜੇ ਸੁਦਾ ਸਰ, ਚਹਿਤ ਚਨਾਵਨ ਤਾਲ। ਹਾਂ, ਇਸ ਪ੍ਰਕਾਰ ਸਤਿਗੁਰੂ ਦੇਵ ਜੀ ਹੁਣ ਬੇਅੰਤ ਸਿੱਖਾਂ ਦਾ ਹੁਣ ਕਲਿਆਣ ਕਰਦੇ ਆ। ਜਿਹੜਾ ਵੀ ਸਿੱਖ ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ, ਸਤਿਗੁਰੂ ਦੇਵ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕਰਦੇ। ਇਉਂ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਬੌੜੇ ਨੂੰ ਸਤਿਗੁਰੂ ਜੀ ਨੇ ਕਿਰਤਾਰਥ ਕੀਤਾ, ਜੀਵਨ ਦੇ ਭਲੇ ਲਈ ਉਪਦੇਸ਼ ਦ੍ਰਿੜ ਕਰਵਾਇਆ ਹੈ ਤੇ ਫਿਰ ਮਹਾਰਾਜ ਵਾਪਸ ਅੰਮ੍ਰਿਤਸਰ ਆ ਜਾਂਦੇ ਹੈ ਤੇ ਇੱਥੇ ਆ ਕਰਕੇ ਸਤਿਗੁਰਦੇਵ ਸਰੋਵਰ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਉਹਦੇ ਕਾਰਜ ਨੂੰ ਫਿਰ ਸੰਪੂਰਨ ਕਰਾਉਣ ਵਿੱਚ ਲੱਗੇ ਹੈ। ਤੇ ਇਉਂ ਜਿਹੜਾ ਵੀ ਗੁਰੂ ਜੀ ਦੇ ਕੋਲ ਸਿੱਖ ਆਉਂਦਾ, ਸਤਿਗੁਰਦੇਵ ਯਥਾ ਯੋਗ ਉਪਦੇਸ਼ ਦੇ ਕੇ ਸਿੱਖਾਂ ਦਾ ਭਲਾ ਕਰ ਰਹੇ ਹੈ। ਤੇ ਇਉਂ ਸਤਿਗੁਰਦੇਵ ਜੀ ਸਿੱਖੀ ਦਾ ਜਿਹੜਾ ਲਾਇਆ ਹੋਇਆ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਵਿੱਤਰ ਬੂਟਾ ਹੈ, ਇਹਨੂੰ ਫਲੀ ਭੂਤ ਕਰ ਰਹੇ ਹੈ। ਇਸੇ ਦੇ ਨਾਲ ਹੀ ਇਹ ਪ੍ਰਸੰਗ ਦੀ ਸਮਾਪਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਆਪਣੇ ਚਰਨਾਂ ਦਾ ਪਿਆਰ, ਸਿੱਖੀ ਸਦਕ ਭਰੋਸਾ ਨਾਮ ਦੀ ਦਾਤ ਪ੍ਰਦਾਨ ਕਰਨ, ਜਿਹਦੇ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ ਹੋ ਸਕਣ। ਹੋਈਆਂ ਭੁੱਲਾਂ ਦੀ ਖਿਮਾ ਆਓ। ਅਖੀਰਲੀਆਂ ਦੋ ਪੰਕਤੀਆਂ ਪੜ੍ਹ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਕਰੀਏ ਜੀ।
दोहरा एस बिद जेत को जात है, मिलह सुहोत निहाल। आन बिराजे सदा सर, चहत चनावन ताल। हे अच्युत हे पार ब्रह्म अविनाशी अगनास। हे पूरण हे सर्व मैं दुख भंजन गुणतास। हे संगी हे निरंकार हे निर्गुण सब टेक हे गोविंद हे गुण निधान जागै सदा विवेक। हे अपरंपर हर हरे है पियो वनहार। हे संता कै सदा संग निधारा आधार। हे ठाकुरों दास रो मैं निर्गुण गुण नहीं कोय। नानक दीजै नाम दान राखो हिय रोय। आए प्रभु शरणागति कृपा निध काल। एक अखर हर मन बसत नानक होत निहाल। आए प्रभु नागति कृपा निध दयाल। एक अखर हर मन बसत नानक होत निहाल। वाहिगुरु जी का खालसा वाहिगुरु जी की फतेह। सतਿ